ਜਗਤੀ ਜੋਤ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਜੁੜ ਬੈਠੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਧੰਤਾ ਦੇ ਜੋਗ ਜੋਗ ਕੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸਥਾਨ 'ਤੇ ਪਿਆਰ ਸਾਹਿਤ ਬੈਠ ਕੇ ਆਪ ਜੀ ਨੇ ਜਿੱਥੇ ਪੰਜ ਬਾਣੀਆਂ ਦਾ ਨਿਤਨੇਮ ਸ਼ਰਾਵਣ ਕੀਤਾ ਹੈ, ਉੱਥੇ ਆਸਾ ਕੀ ਵਾਰ ਦਾ ਕੀਰਤਨ ਸ਼ਰਾਵਣ ਕੀਤਾ। ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ, ਕਿਰਪਾ ਕੀਤੀ ਹੈ। ਸਤਿਗੁਰੂ ਜੀ ਦੇ ਚੱਲ ਰਹੇ ਲੜੀਵਾਰ ਸ਼ਬਦ ਵਿਚਾਰ ਸੇਵਾ ਬਖਸ਼ਿਸ਼ ਹੋਈ। ਸੋ ਆਪ ਜੀ ਨੇ ਜੋ ਚੱਲ ਰਹੀ ਲੜੀਵਾਰ ਵਿਚਾਰ ਹੈ, ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 947 ਦੇ ਉੱਤੇ ਰਾਮਕਲੀ ਕੀ ਵਾਰ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਦੀ ਬਖਸ਼ਿਸ਼, ਰਾਮਕਲੀ ਰਾਗ ਦੇ ਅੰਦਰ ਰਾਮਕਲੀ ਵਾਰ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ, ਕੁਝ ਸ਼ਬਦ ਇਸ ਵਾਰ ਦੇ ਵਿੱਚੋਂ ਆਪ ਜੀ ਨੇ ਸ਼ਰਾਵਣ ਕੀਤੇ ਹੈ। ਸੋ ਅੱਜ ਜੋ ਸ਼ਬਦ ਆਪਾਂ ਨੇ ਵਿਚਾਰਨਾ ਹੈ, ਇਹ ਸ਼ਬਦ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ 947 ਅੰਗ ਉੱਤੇ ਸੁਸ਼ੋਭਿਤ ਹੈ। ਸੋ ਆਓ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸ਼ਬਦ ਨੂੰ ਵਿਚਾਰਨਾ ਕਰੀਏ। ਜਿੰਨੇ ਸਰੀਰ ਆਪ ਜੀ ਬੈਠੇ ਹੋ, ਸਾਰੇ ਹੀ ਆਪਣੇ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਰਸਨਾਵਾਂ ਨੂੰ ਪਵਿੱਤਰ ਕਰੀਏ। ਪਿਆਰ ਅਤੇ ਸਤਿਕਾਰ ਦੇ ਨਾਲ ਬੁਲਾਈਏ। ਫਤਿਹ ਬੋਲਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਜੋ ਚੱਲ ਰਹੇ ਲੜੀਵਾਰ ਦੇ ਵਿੱਚੋਂ ਉਪਦੇਸ਼ ਬਖਸ਼ਿਸ਼ ਕਰਦੇ ਹੈ। ਕਬੀਰ ਮਹਿੰਦੀ ਕਰ ਕੈ ਘਾਲਿਆ, ਆਪ ਪੀਸਾਏ ਪੀਸਾਏ, ਤੈਸੈ ਬਾਤ ਨਾ ਪੁੱਛਿਆ, ਕਬਹੂ ਨਾ ਲਾਈ ਪਾਏ। ਇਹ ਜਿਹੜਾ ਸ਼ਬਦ ਹੈ, ਉਹ ਸਤਿਕਾਰਯੋਗ ਭਗਤ ਸਾਹਿਬਾਨਾਂ ਦੇ ਵਿੱਚੋਂ ਭਗਤ ਕਬੀਰ ਜੀ ਦਾ। ਭਗਤ ਸਾਹਿਬ ਦੇ ਸ਼ਬਦਾਂ ਨੂੰ ਆਪਾਂ ਦੋ ਰੂਪਾਂ ਵਿੱਚ ਵੇਖਦੇ ਹਾਂ। ਇੱਕ ਥਾਂ 'ਤੇ ਸ਼ਬਦ ਆਉਂਦਾ ਹੈ, ਕਬੀਰ ਮਹਿੰਦੀ ਕਰ ਘਾਲਿਆ। ਉੱਥੇ ਕਰ ਸ਼ਬਦ ਨਹੀਂ ਹੈ। ਇੱਥੇ ਜਿਹੜਾ ਕਰ ਸ਼ਬਦ ਹੈ, ਉਹ ਲਾ ਕੇ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ। ਅਤੇ ਦੂਸਰਾ ਜਿਹੜਾ ਪੱਖ ਹੈ, ਇਸ ਸ਼ਬਦ ਤੋਂ ਬਾਅਦ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸ਼ਬਦ ਹੈ। ਸਤਿਗੁਰੂ ਜੀ ਨੇ ਇਸ ਸ਼ਬਦ ਦੀ ਵਿਆਖਿਆ ਕੀਤੀ ਹੈ। ਜਿਵੇਂ ਕਿ ਬਾਬਾ ਫਰੀਦ ਜੀ ਇੱਕ ਵਚਨ ਕਹਿੰਦੇ ਹੈ ਕਿ ਰੱਬ ਦੇ ਪਿਆਰਿਆਂ ਦੇ ਅੰਦਰ ਰਤ ਨਹੀਂ ਹੁੰਦੀ। ਅਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਭਾਈ
ਜੋ ਭਗਤ ਸਾਹਿਬ ਭਗਤ ਫਰੀਦ ਜੀ ਕਹਿਣਾ ਚਾਹੁੰਦੇ ਹੈ ਉਹ ਉਹਨਾਂ ਦਾ ਭਾਵ ਇਹ ਹੈ ਕਿ ਸਰੀਰ ਦੇ ਅੰਦਰ ਲੋਭ ਰਤ ਨਹੀਂ ਹੈ, ਬਲਕਿ ਖੂਨ ਤੋਂ ਬਿਨਾਂ ਤੇ ਜੀਵਨ ਨਹੀਂ ਹੈ, ਖੂਨ ਤੋਂ ਬਿਨਾਂ ਤੇ ਦੇਹੀ ਬਚੇਗੀ ਨਹੀਂ। ਪਰ ਅਸਲੀਅਤ ਸ਼ਬਦ ਹੈ। ਬਾਬਾ ਫਰੀਦ ਜੀ ਕੀ ਕਹਿਣਾ ਚਾਹੁੰਦੇ ਹੈ ਕਿ ਰੱਬ ਦੇ ਪਿਆਰੇ ਦੇ ਅੰਦਰ ਲੋਭ ਰਤ ਦਾ ਕਿਣਕਾ ਨਹੀਂ ਹੁੰਦਾ। ਤੇ ਪਿਆਰਿਓ, ਮੈਂ ਬੇਨਤੀ ਕਰਿਆ ਸਾਂ, ਅੱਜ ਦਾ ਸ਼ਬਦ ਮਹਿੰਦੀ ਸ਼ਬਦ ਦਾ ਅਰਥ ਹੁੰਦਾ ਕਿਸੇ ਚੀਜ਼ ਨੂੰ ਪੀਸ ਕੇ ਬਿਲਕੁਲ ਪਾਊਡਰ ਬਣਾ ਲੈਣਾ। ਆਪਾਂ ਉਸ ਪਾਊਡਰ ਨੂੰ ਮਹਿੰਦੀ ਕਹਿੰਦੇ ਆ। ਬਰੀਕ ਕੀਤੀ ਹੋਈ ਵਸਤੂ ਨੂੰ ਮਹਿੰਦੀ ਕਿਹਾ ਜਾਂਦਾ ਹੈ। ਹੁਣ ਪਰਮਾਤਮਾ ਨੂੰ ਮਿਲਣ ਦੇ ਕਈ ਰਸਤੇ ਆਪਾਂ ਸੰਸਾਰ ਵਿੱਚ ਵੇਖ ਰਹੇ ਹਾਂ, ਪਰ ਅਲੱਗ-ਅਲੱਗ ਰਸਤੇ ਨੇ, ਅਲੱਗ-ਅਲੱਗ ਵਿਚਾਰਧਾਰਾ ਹੈ, ਅਲੱਗ-ਅਲੱਗ ਦੁਨੀਆ ਦੇ ਵਿਸ਼ਵ ਪੱਧਰ ਦੇ ਧਰਮ ਨੇ। ਹਰ ਧਰਮ ਨੇ ਆਪਣੀ ਇੱਕ ਮਰਜ਼ਾਦਾ ਰੱਖੀ ਹੈ। ਹਰ ਇੱਕ ਧਰਮ ਨੇ ਇੱਕ ਰੱਬ ਦਾ ਥਾਟ ਆਪਣੇ ਤਰੀਕੇ ਨਾਲ ਦਿੱਤਾ ਹੈ, ਰੱਬੀ ਸਿਧਾਂਤ ਨੂੰ ਆਪਣੇ ਢੰਗ ਦੇ ਨਾਲ ਪੇਸ਼ ਕੀਤਾ। ਪਰ ਸਤਿਗੁਰੂ ਜੀ ਨੇ ਸਾਨੂੰ ਉਹ ਮਾਰਗ ਦੱਸਿਆ ਕਿ ਜਿਸ ਮਾਰਗ 'ਤੇ ਤੁਰਨ ਦੇ ਨਾਲ ਤੂੰ ਰੱਬ ਦੇ ਦਰ ਤੱਕ ਪਹੁੰਚ ਸਕਦਾ। ਪਿਆਰਿਓ, ਮੈਂ ਕਈ ਵਾਰ ਜਦੋਂ ਇਤਿਹਾਸ ਦੇ ਪੰਨਿਆਂ ਨੂੰ ਪੜ੍ਹਦਾ ਹਾਂ, ਵਿਚਾਰਦਾ ਹਾਂ, ਤੇ ਦੋ ਗੱਲਾਂ ਵਿਸ਼ਵ ਦੇ ਧਰਮਾਂ ਦੇ ਵਿੱਚੋਂ ਪ੍ਰਗਟ ਹੋ ਕੇ ਆਉਂਦੀਆਂ ਨੇ। ਉਹਨਾਂ ਵਿੱਚੋਂ ਪਹਿਲੀ ਗੱਲ ਇਹ ਹੈ ਕਿ ਦੁਨੀਆ ਦੇ ਧਰਮਾਂ ਦੇ ਵਿੱਚ ਲਾਲਚ ਦਿੱਤਾ ਗਿਆ ਹੈ, ਦੁਨੀਆ ਦੇ ਧਰਮਾਂ ਦੇ ਵਿੱਚ ਡਰਾਵਾ ਦਿੱਤਾ ਗਿਆ। ਤੁਹਾਨੂੰ ਧਰਮ ਦੇ ਮਾਰਗ 'ਤੇ ਤੋਰਨ ਦੇ ਵਾਸਤੇ ਕਿਤੇ ਤੇ ਡਰਾਵੇ ਦਿੱਤੇ ਗਏ, ਕਿਤੇ ਫਿਰ ਲਾਲਚ ਦਿੱਤਾ ਗਿਆ। ਪਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨਾ ਲਾਲਚ ਦਿੱਤਾ ਜਾਂਦਾ ਹੈ, ਨਾ ਡਰ ਦਿੱਤਾ ਜਾਂਦਾ ਹੈ। ਤੁਹਾਨੂੰ ਡਰ ਕਾਹਦਾ ਦਿੱਤਾ ਜਾਂਦਾ ਹੈ? ਨਰਕਾਂ ਦਾ। ਤੁਹਾਨੂੰ ਲਾਲਚ ਕਿਹਦਾ ਦਿੱਤਾ ਜਾਂਦਾ ਹੈ? ਸਵਰਗਾਂ ਦਾ। ਪਰ ਸਤਿਗੁਰੂ ਜੀ ਇੱਕ ਵਚਨ ਕਰਦੇ ਹੈ। ਸਤਿਗੁਰੂ ਜੀ ਕਹਿੰਦੇ ਹੈ ਕਿ ਭਲਿਆ ਨਾ ਤੇ ਇੱਥੇ ਡਰ ਦੀ ਗੱਲ ਹੈ, ਨਾ ਇੱਥੇ ਲਾਲਚ ਦੀ ਗੱਲ ਹੈ। ਇੱਥੇ ਤੇ ਇੱਕ ਰਸਤੇ 'ਤੇ ਤੁਰਨ ਦੇ ਵਾਸਤੇ ਤੈਨੂੰ ਪ੍ਰੇਮ ਕਰਨਾ ਪਵੇਗਾ, ਪ੍ਰੀਤ ਕਰਨੀ ਪਵੇਗੀ। ਸਤਿਗੁਰੂ ਜੀ ਦੇ ਬੋਲ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜੋ ਤੋ ਪ੍ਰੇਮ ਖੇਲਣ ਕਾ ਚਾਓ। ਸਤਿਗੁਰੂ ਜੀ ਕਹਿੰਦੇ ਆਪਣਾ ਸੀਸ ਆਪਣੇ ਗੁਰੂ ਦੇ ਚਰਨਾਂ ਵਿੱਚ ਰੱਖ। ਤੇ ਪਿਆਰਿਓ, ਸੋਚਣ ਵਾਲੀ ਗੱਲ ਹੈ, ਵਿਚਾਰਨ ਵਾਲੀ ਗੱਲ ਹੈ ਕਿ ਸਤਿਗੁਰੂ ਜੀ ਜਦੋਂ ਵੀ ਮੰਗਦੇ ਨੇ ਤੇ ਸੀਸ ਦੀ ਮੰਗ ਕਰਦੇ ਆ। ਹੁਣ ਇਹਦੇ ਪਿੱਛੇ ਬੜਾ ਵੱਡਾ ਲੌਜਿਕ ਜਿਹੜਾ ਛੁਪਿਆ ਹੋਇਆ ਹੈ। ਸਤਿਗੁਰੂ ਜੀ ਕਹਿੰਦੇ ਆ ਵੀ ਜਦੋਂ ਤੂੰ ਆਪਣਾ ਸੀਸ ਮੈਨੂੰ ਦੇ ਦੇਵੇਂਗਾ ਤੇ ਫਿਰ ਸਿਰ ਦੇ ਅੰਦਰ ਸੋਚ ਹੈ, ਸਿਰ ਦੇ ਅੰਦਰ ਕੰਨ ਨੇ, ਸਿਰ ਦੇ ਅੰਦਰ ਅੱਖਾਂ ਨੇ, ਸਿਰ ਦੇ ਅੰਦਰ ਮੁੱਖ ਹੈ। ਸਤਿਗੁਰੂ ਜੀ ਦੀ ਭਾਵਨਾ ਇਹ ਹੈ ਕਿ ਜਦੋਂ ਕੋਈ ਰੱਬ ਦਾ ਪਿਆਰਾ ਆਪਣਾ ਸੀਸ ਗੁਰੂ ਨੂੰ ਸਮਰਪਿਤ ਕਰ ਦਿੰਦਾ ਹੈ ਤੇ ਉਹਦੀ ਸੁਰਤ ਕਦੇ ਮਾੜਾ ਸੋਚਦੀ ਨਹੀਂ, ਉਹਦੇ ਕੰਨ ਕਦੇ ਮਾੜਾ ਵੇਖਣਗੇ ਸੁਣਨਗੇ ਨਹੀਂ, ਉਹਦੇ ਨੇਤਰ ਕਦੇ ਮਾੜਾ ਵੇਖਣਗੇ ਨਹੀਂ, ਤੇ ਉਹਦੀ ਜ਼ੁਬਾਨ ਕਦੇ ਮਾੜਾ ਬੋਲੇਗੀ ਨਹੀਂ। ਕਿਉਂਕਿ ਜਿਹੜਾ ਸੀਸ ਹੈ ਇਹ ਗੁਰੂ ਦਾ, ਜਿਵੇਂ ਗੁਰੂ ਸੋਚਦਾ ਹੈ, ਜਿਵੇਂ ਗੁਰੂ ਸੁਣਦਾ ਹੈ, ਜਿਵੇਂ ਗੁਰੂ ਵੇਖਦਾ ਹੈ, ਜਿਵੇਂ ਗੁਰੂ ਬੋਲਦਾ ਹੈ, ਗੁਰੂ ਕੇ ਸਿੱਖ ਦਾ ਜੀਵਨ ਵੀ ਇਹੋ ਜਿਹਾ ਬਣ ਜਾਂਦਾ ਹੈ। ਮੈਂ ਬੇਨਤੀ ਕਰਿਆ ਸਾਂ, ਦੁਨੀਆ ਤੇ ਰੱਬ ਨੂੰ ਮਿਲਾਪ ਦੇ ਲਈ ਵੱਖਰੇ ਵੱਖਰੇ ਰਸਤੇ ਆ ਜਿਹੜੇ ਉਹ ਅਪਣਾਏ ਗਏ ਹੈ। ਇੱਕ ਲੋਕ ਉਹ ਹੈ ਜਿਹੜੇ ਚੌਂਕੜਾ ਮਾਰ ਕੇ ਰੱਬ ਦੀ ਬੰਦਗੀ ਕਰਦੇ ਹੈ। ਇੱਕ ਲੋਕ ਉਹ ਹੈ ਜਿਹੜੇ ਰੱਬ ਦੇ ਮਿਲਾਪ ਦੇ ਲਈ ਆਪਣੇ ਸਰੀਰ ਨੂੰ ਬੜਾ ਕਸ਼ਟ ਦਿੰਦੇ ਹੈ। ਉਹਨਾਂ ਕਸ਼ਟਾਂ ਦੇ ਵਿੱਚੋਂ ਇੱਕ ਦੋ ਕਸ਼ਟਾਂ ਦਾ ਮੈਂ ਜ਼ਿਕਰ ਕਰਾਂ।
ਜਿਵੇਂ ਕਿ ਨੰਗੇ ਪੈਰੀ ਰਹਿਣਾ, ਕਈ ਕਈ ਦਿਨ ਭੁੱਖਿਆਂ ਰਹਿਣਾ, ਜਾਂ ਫਿਰ ਇੱਕ ਪੈਰ ਉੱਤੇ ਖਲੋ ਕੇ ਇੱਕ ਇੱਕ ਮਹੀਨਾ ਤਪੱਸਿਆ ਕਰਨੀ, ਜਾਂ ਫਿਰ ਸਾਰੀ ਰਾਤ ਸਾਰਾ ਦਿਨ ਖੜੇ ਰਹਿਣਾ, ਪੁੱਠੇ ਲੜ ਕੇ ਰਹਿਣਾ, ਕੱਪੜੇ ਤਨ ਉੱਤੇ ਨਾ ਪਾਉਣੇ, ਜਾਂ ਆਪਾਂ ਵੇਖਦੇ ਹਾਂ ਕੇਸਾਂ ਨੂੰ ਇੱਕ ਇੱਕ ਵਾਲ ਨੂੰ ਪੁੱਟ ਕੇ ਆਪਣੇ ਕੇਸ ਝਾੜ ਦੇਣੇ। ਹੁਣ ਇਸ ਤਰ੍ਹਾਂ ਦੇ ਤਸੀਹੇ ਆ ਜਿਹੜੇ ਉਹ ਸਰੀਰ ਨੂੰ ਦਿੱਤੇ ਜਾਂਦੇ ਆ। ਤੇ ਗੁਰੂ ਕੇ ਪਿਆਰਿਓ, ਆਪਾਂ ਇਤਿਹਾਸ ਦੇ ਅੰਦਰ ਇੱਕ ਸਾਖੀ ਵੀ ਪੜ੍ਹਦੇ ਹਾਂ ਕਿ ਜਦੋਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਮਹਿਤਾ ਕਾਲੂ ਜੀ ਨੇ 20 ਰੁਪਈਏ ਦਿੱਤੇ ਹੈ, ਤੇ ਮਹਿਤਾ ਕਾਲੂ ਜੀ ਦੇ 20 ਰੁਪਈਏ ਲੈ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਤੁਰ ਪੈਂਦੇ ਹੈ, ਤੇ ਨਾਲ ਭਾਈ ਮਰਦਾਨਾ ਜੀ ਹੈ, ਔਰ ਭਾਈ ਮਰਦਾਨਾ ਔਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਗੱਲਾਂ ਕਰਦੇ ਜਾਂਦੇ ਆ ਕਿ ਪਿਤਾ ਜੀ ਨੇ ਕਿਹਾ ਹੈ ਕਿ ਸੱਚਾ ਸੌਦਾ ਕਰਨਾ ਹੈ, ਤੇ ਆਪਣੇ ਸਾਹਮਣੇ ਸੱਚਾ ਸੌਦਾ ਕੀ ਹੈ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਨੇ ਭੁੱਖੇ ਸਾਧੂ ਵੇਖੇ, ਕਸ਼ਟ ਦਿੰਦੇ ਹੋਏ, ਸਰੀਰਾਂ ਨੂੰ ਕਸ਼ਟ ਦਿੰਦੇ ਹੋਏ ਸਾਧੂ ਵੇਖੇ। ਸਤਿਗੁਰੂ ਜੀ ਨੇ ਉਹਨਾਂ 20 ਰੁਪਈਆਂ ਦਾ ਭੋਜਨ ਤਿਆਰ ਕੀਤਾ, ਭੁੱਖਿਆਂ ਨੂੰ ਪ੍ਰਸ਼ਾਦਾ ਛਕਾਇਆ, ਤੇ ਸਤਿਗੁਰੂ ਜੀ ਨੇ ਇੱਕ ਸੁਨੇਹਾ ਦਿੱਤਾ ਕਿ ਸਰੀਰ ਨੂੰ ਤੰਗ ਕਰਨ ਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੋਣੀ। ਪਿਆਰਿਓ, ਹੁਣ ਇਹ ਮਹਿੰਦੀ ਕਰਕੇ ਘਾਲਿਆ ਦਾ ਅਰਥ ਵੀ ਇਹ ਹੈ ਕਿ ਆਪਣੇ ਸਰੀਰ ਨੂੰ ਬੰਦਾ ਤਸੀਹੇ ਦਿੰਦਾ ਹੈ, ਆਪਣੇ ਆਪ ਨੂੰ ਬਿਲਕੁਲ ਪਿੰਜ ਦਿੰਦਾ ਹੈ, ਆਪਣੇ ਆਪ ਨੂੰ ਮਹਿੰਦੀ ਬਣਾ ਲੈਂਦਾ ਹੈ। ਸਤਿਗੁਰੂ ਜੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਵਾਜ਼ ਭਗਤ ਸਾਹਿਬ ਭਗਤ ਕਬੀਰ ਜੀ ਦੀ ਆਵਾਜ਼, ਭਗਤ ਸਾਹਿਬ ਕਹਿੰਦੇ ਆ, ਮੈਂ ਆਪਣੇ ਆਪ ਨੂੰ ਇੰਨਾ ਮਹਿੰਦੀ ਬਣਾ ਲਿਆ, ਇੰਨਾ ਪੀਸ ਲਿਆ, ਇੰਨੇ ਕਸ਼ਟ ਦਿੱਤੇ ਕਿ ਇੰਨੇ ਕਸ਼ਟ ਦੇਣ ਤੇ ਬਾਅਦ ਕੀ ਰੱਬ ਦੀ ਪ੍ਰਾਪਤੀ ਹੋ ਗਈ। ਪਿਆਰਿਓ, ਹੁਣ ਭਗਤ ਸਾਹਿਬ ਕਹਿੰਦੇ ਕਬੀਰ ਮਹਿੰਦੀ ਕਰਕੇ ਘਾਲਿਆ, ਮੈਂ ਆਪਣੇ ਆਪ ਨੂੰ ਪੀਸਿਆ, ਮੈਂ ਆਪਣੇ ਆਪ ਨੂੰ ਬੜਾ ਬਰੀਕ ਕੀਤਾ, ਆਪਣੇ ਆਪ ਨੂੰ ਤਸੀਹੇ ਦਿੱਤੇ, ਸਰੀਰ ਨੂੰ ਤਸੀਹੇ ਬੜੇ ਦਿੱਤੇ, ਆਪ ਪੀਸਾਏ। ਜਿਵੇਂ ਮਹਿੰਦੀ ਨੂੰ ਰਗੜਿਆ ਜਾਂਦਾ ਹੈ, ਮਹਿੰਦੀ ਬਣਾਇਆ ਜਾਂਦਾ ਹੈ, ਮੈਂ ਆਪਣੇ ਆਪ ਨੂੰ ਇੰਨਾ ਤਸੀਹਾ ਦਿੱਤਾ, ਆਪਣੇ ਆਪ ਨੂੰ ਕਸ਼ਟ ਦਿੱਤੇ, ਆਪਣੇ ਆਪ ਨੂੰ ਤੜਫਾਇਆ। ਪਰ ਜਦੋਂ ਮੈਂ ਇੰਨੀ ਬੰਦਗੀ ਕਰਕੇ, ਇੰਨੇ ਤਸੀਹਿਆਂ ਤੋਂ ਬਾਅਦ ਮੈਂ ਗੁਰੂ ਦੇ ਚਰਨਾਂ ਵਿੱਚ ਗਿਆ, ਤੈਸੈ ਬਾਤ ਨਾ ਪੁੱਛਿਆ, ਮੈਨੂੰ ਰੱਬ ਨੇ ਪੁੱਛਿਆ ਤੱਕ ਨਹੀਂ ਹੈ। ਤੇ ਹੁਣ ਪੁੱਛੀਏ ਆਪਾਂ ਵੀ ਇੰਨੀ ਭਗਤੀ ਕਰਨ ਵਾਲਾ ਬੰਦਾ ਤੇ ਰੱਬ ਦੇ ਦਰ ਤੇ ਪ੍ਰਵਾਨ ਹੋ ਜਾਣਾ ਚਾਹੀਦਾ ਸੀ, ਆਵਾਜ਼ ਮਾਰਨੀ ਚਾਹੀਦੀ ਸੀ। ਜਿਵੇਂ ਭਗਤ ਸਾਹਿਬ ਭਗਤ ਨਾਮਦੇਵ ਜੀ ਕਹਿੰਦੇ ਹੈ, ਕਹਿੰਦੇ ਮੈਂ ਰੱਬ ਤੇ ਦਰ ਦੇ ਉੱਤੇ ਜਾ ਕੇ ਡਿੱਗ ਪਿਆ, ਤੇ ਰੱਬ ਜੀ ਨੇ ਮੈਨੂੰ ਆਵਾਜ਼ ਮਾਰ ਕੇ ਪੁੱਛਿਆ ਕਿ ਤੂੰ ਕੌਣ ਹੈ, ਤੂੰ ਇੱਥੇ ਕਿਉਂ ਲੰਮਾ ਪਿਆ ਹੈ। ਪਿਆਰਿਓ, ਹੁਣ ਪੁੱਛਣਾ ਤੇ ਰੱਬ ਨੇ ਸੀ, ਆਵਾਜ਼ ਤੇ ਰੱਬ ਨੇ ਮਾਰਨੀ ਸੀ। ਭਗਤ ਸਾਹਿਬ ਕਹਿੰਦੇ ਮੈਂ ਇੰਨੀ ਦੇਹੀ ਨੂੰ ਤੜਫਾ ਕੇ, ਇੰਨਾ ਤਸੀਹਾ ਦੇ ਕੇ ਬੰਦਗੀ ਕੀਤੀ, ਪਰ ਰੱਬ ਨਾ ਮੇਰੇ ਵੱਲ ਮੁੱਖ ਕਰਕੇ ਵੇਖਿਆ ਵੀ ਨਹੀਂ। ਮੈਂ ਸੋਚਦਾ ਸੀ ਵੀ ਇੰਨੀ ਬੰਦਗੀ ਕਰਨ ਤੋਂ ਬਾਅਦ ਆਵਾਜ਼ ਪਵੇਗੀ, ਪਰ ਆਵਾਜ਼ ਪੈਣੀ ਤਾਂ ਕੀ ਹੈ। ਕਹਿਣ ਲੱਗੇ ਮੇਰੇ ਵੱਲ ਤੇ ਰੱਬ ਨੇ ਮੁੱਖ ਵੀ ਨਹੀਂ ਕੀਤਾ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਕਿ ਜਿਹੜਾ ਸ਼ਿੰਗਾਰ ਉਸ ਮਾਲਕ ਨੂੰ, ਜਿਹੜੀ ਬੰਦਗੀ ਉਸ ਮਾਲਕ ਨੂੰ ਚੰਗੀ ਲੱਗਦੀ ਹੈ, ਉਹ ਉਸ ਢੰਗ ਨਾਲ ਨਹੀਂ ਕੀਤੀ। ਬਲਕਿ ਪਿਆਰਿਓ, ਦੋ ਗੱਲਾਂ ਨੇ। ਇੱਕ ਪਾਸੇ ਆਪਣੇ ਮਨ ਦੀ ਮਰਜ਼ੀ ਹੈ, ਜਿਹਨੂੰ ਆਪਾਂ ਮਨਮਤ ਕਹਿੰਦੇ ਆ। ਇੱਕ ਪਾਸੇ ਗੁਰੂ ਦੀ ਮਰਜ਼ੀ ਹੈ, ਜਿਹਨੂੰ ਆਪਾਂ ਗੁਰਮਤ ਕਹਿੰਦੇ ਆ। ਪਰ ਸਤਿਗੁਰੂ ਜੀ ਨੇ ਇੱਕ ਸ਼ਬਦ ਕਿਹਾ ਹੈ, ਸਤਿਗੁਰੂ ਜੀ ਕਹਿੰਦੇ ਮਨ ਕੀ ਮਤ ਤਿਆਗੋ ਹਰ ਜਨ। ਭਾਈ, ਆਪਣੀ ਮਨ ਮਰਜ਼ੀ ਨੂੰ ਛੱਡ ਕੇ, ਆਪਣੀ ਮਤ ਨੂੰ ਛੱਡ ਕੇ ਅਸੀਂ ਗੁਰੂ ਦੀ ਮਤ ਦੇ ਮੁਤਾਬਕ ਆਪਣਾ ਰਾਹ ਚੁਣਨਾ ਹੁੰਦਾ ਹੈ। ਸਤਿਗੁਰੂ ਜੀ ਨੇ ਹੁਣ ਸਾਨੂੰ ਰਾਹ ਦੱਸਿਆ ਕਿ ਆਪਣੇ ਸਰੀਰ ਨੂੰ ਤਸੀਹੇ ਨਾ ਦੇ। ਸਤਿਗੁਰੂ ਜੀ ਨੇ ਆਸਾ ਕੀ ਵਾਰ ਅੰਦਰ, ਪਿਆਰਿਓ, ਇਸ ਗੱਲ ਦਾ ਜ਼ਿਕਰ ਵੀ ਕੀਤਾ।
ਸਤਿਗੁਰੂ ਜੀ ਕਹਿੰਦੇ ਪੱਗ ਉਪੇ ਤਾਣਾ, ਪੈਰਾਂ ਤੋਂ ਨੰਗਾ ਰਹਿੰਦਾ ਹੈ। ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰਸ਼ਾਈ ਪਾਈ, ਮੂਰਖ ਅੰਧਾ ਪੱਤ ਗਵਾਈ। ਕਹਿੰਦੇ ਇਹ ਤੇ ਮੂਰਖ ਨੇ ਆਪਣਾ ਸਮਾਂ ਬਰਬਾਦ ਕੀਤਾ। ਹੁਣ ਰੱਬ ਦੀ ਬੰਦਗੀ ਕੀ ਹੈ ਪਿਆਰਿਓ? ਉਹ ਕਾਲ ਪੁਰਖ ਵਾਹਿਗੁਰੂ ਦਾ ਧਿਆਨ ਰੱਖਣਾ। ਸਿਮਰਨ ਕਿਵੇਂ ਕਰਨਾ ਹੈ? ਸਤਿਗੁਰੂ ਜੀ ਨੇ ਸਾਨੂੰ ਕੇਵਲ ਕਹਿਆ ਨਹੀਂ ਹੈ, ਸਤਿਗੁਰੂ ਜੀ ਨੇ ਸਾਨੂੰ ਸਿਖਾਇਆ ਵੀ ਹੈ। ਜਿਵੇਂ ਕਿ ਆਪਾਂ ਭਗਤ ਸਾਹਿਬ ਭਗਤ ਤਰਲੋਚਨ ਔਰ ਭਗਤ ਨਾਮਦੇਵ ਜੀ ਬਾਬਤ ਪੜ੍ਹਦੇ ਹਾਂ। ਕਹਿੰਦੇ ਇੱਕ ਦਿਨ ਭਗਤ ਤਰਲੋਚਨ ਜੀ ਭਗਤ ਨਾਮਦੇਵ ਦੇ ਦਰਵਾਜ਼ੇ ਦੇ ਅੱਗੋਂ ਲੰਘਣ ਲੱਗੇ ਤੇ ਭਗਤ ਸਾਹਿਬ ਭਗਤ ਤਰਲੋਚਨ ਜੀ ਨੇ ਵੇਖਿਆ ਕਿ ਭਗਤ ਨਾਮਦੇਵ ਜੀ ਸਿਲਾਈ ਕਰਦੇ ਹੈ, ਕੱਪੜਾ ਸੀ ਰਹੇ ਹੈ। ਤੇ ਭਗਤ ਤਰਲੋਚਨ ਜੀ ਹੱਸਦੇ ਹੋਏ ਭਗਤ ਨਾਮਦੇਵ ਜੀ ਨੂੰ ਕਹਿੰਦੇ ਹੈ ਕਿ ਭਗਤ ਨਾਮਦੇਵ ਜੀ ਨੂੰ ਤਾਂ ਮਾਇਆ ਨੇ ਮੋਹ ਲਿਆ ਤੇ ਸਾਰਾ ਦਿਨ ਪੈਸੇ ਇਕੱਠੇ ਕਰਨ ਦੇ ਵਿੱਚ ਲੱਗਾ ਰਹਿੰਦਾ ਹੈ, ਸਾਰਾ ਦਿਨ ਮਾਇਆ ਇਕੱਤਰ ਕਰਨ ਵਿੱਚ ਲੱਗਾ ਰਹਿੰਦਾ ਹੈ। ਤੇ ਪਿਆਰਿਓ ਜਦੋਂ ਭਗਤ ਤਰਲੋਚਨ ਜੀ ਨੇ ਭਗਤ ਨਾਮਦੇਵ ਜੀ ਨੂੰ ਕਿਹਾ ਕਿ ਨਾਮਾ ਮਾਇਆ ਮੋਹਿਆ, ਕਹਿਤ ਲੋਚਨ ਮੀਤ, ਕਾਹੇ ਛਿਪੋ ਸ਼ੈਲਾ, ਰਾਮ ਨਾ ਲਾਵੋ ਚੀਤ। ਤੇ ਫਿਰ ਭਗਤ ਨਾਮਦੇਵ ਜੀ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੇ ਭਗਤ ਤਰਲੋਚਨ ਜੀ ਇਹ ਗੱਲ ਨਹੀਂ ਹੈ ਜੋ ਤੁਸੀਂ ਕਹਿ ਰਹੇ ਹੋ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਮੈਂ ਆਪਣਾ ਕੰਮ ਕਰਦਾ ਕਰਦਾ ਤੇ ਆਪਣੇ ਹਿਰਦੇ ਦੇ ਅੰਦਰ ਉਸ ਮਾਲਕ ਨੂੰ ਯਾਦ ਰੱਖਦਾ ਹਾਂ, ਹੱਥਾਂ ਦੇ ਨਾਲ ਕੰਮ ਕਰਦਾ ਹਾਂ ਤੇ ਚਿੱਤ ਦੇ ਨਾਲ ਰੱਬ ਨੂੰ ਯਾਦ ਕਰਦਾ ਹਾਂ। ਇੱਕ ਵਿਦਵਾਨ ਕਹਿੰਦਾ ਹੈ, ਤੇਰੇ ਹੱਥ ਕਾਰ ਵੱਲ ਤੇ ਤੇਰਾ ਮਨ ਉਸ ਮਾਲਕ ਦੇ ਵੱਲ, ਉਸ ਯਾਰ ਵੱਲ। ਤੇ ਪਿਆਰਿਓ ਮੈਂ ਬੇਨਤੀ ਕਰਿਆ ਸਾਂ, ਸਤਿਗੁਰੂ ਜੀ ਨੇ ਸਾਨੂੰ ਆਹ ਰਸਤਾ ਦੱਸਿਆ। ਕਿਤੇ ਕਿਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਹੈ, ਕਹਿੰਦੇ ਕਾਹੇ ਰੇ ਵਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੂੰ ਹੀ ਸੰਗ ਸਮਾਈ। ਕਹਿੰਦੇ ਭਲਿਆ ਕਿਹੜੇ ਜੰਗਲਾਂ ਦੇ ਵਿੱਚ ਦੌੜਿਆ ਫਿਰਦਾ। ਸੱਚ ਇਹ ਹੈ ਜਿਹੜੇ ਜੰਗਲਾਂ ਵਿੱਚ ਰੱਬ ਨੂੰ ਲੱਭਣ ਲਈ ਤੁਰਿਆ, ਉਹ ਪ੍ਰਮਾਤਮਾ ਤੇ ਤੇਰੇ ਹਿਰਦੇ ਵਿੱਚ ਬੈਠਾ ਹੈ, ਪ੍ਰਮਾਤਮਾ ਤੇ ਤੇਰੇ ਅੰਦਰ ਬੈਠਾ ਹੈ। ਬਾਹਰੋਂ ਖੋਜਣ ਚੱਲ ਪਿਆ ਤੇ ਕਿਤੇ ਕਿਤੇ ਸਾਨੂੰ ਸਤਿਗੁਰੂ ਜੀ ਦੇ ਬੋਲ ਇਹ ਵੀ ਸੁਣਾਈ ਦਿੰਦੇ ਹੈ, ਕਹਿਣ ਲੱਗੇ ਕਿੱਥੇ ਪੂਜਣ ਚੱਲਿਆ ਉੱਥੇ ਪਾਣੀ ਮਿਲ ਜਾਵੇਗਾ, ਉੱਥੇ ਪੱਥਰ ਮਿਲ ਜਾਵੇਗਾ, ਪਰ ਜਿਹੜੇ ਰੱਬ ਦਾ ਜ਼ਿਕਰ ਕਰਦਾ, ਰੱਬ ਦੀ ਗੱਲ ਕਰਦਾ, ਉਹ ਪ੍ਰਮਾਤਮਾ ਤੇ ਤੇਰੇ ਅੰਦਰ ਬੈਠਾ ਹੈ, ਉਹ ਮਾਲਕ ਤੇ ਤੇਰੇ ਅੰਦਰ ਬੈਠਾ ਹੈ। ਤੂੰ ਅੰਦਰੋਂ ਉਸ ਮਾਲਕ ਨੂੰ ਖੋਜਣਾ ਹੈ, ਉਸ ਪ੍ਰਮਾਤਮਾ ਨੂੰ ਖੋਜਣਾ ਹੈ। ਤੇ ਪਿਆਰਿਓ ਅਸੀਂ ਕੀ ਹਾਂ? ਅਸੀਂ ਪ੍ਰਮਾਤਮਾ ਨੂੰ, ਵਾਹਿਗੁਰੂ ਨੂੰ ਅਸਲ ਵਿੱਚ ਬਾਹਰੋਂ ਖੋਜਣ ਤੇ ਲੱਗੇ ਹੋਏ ਹਾਂ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਚਨ ਕਰਦੇ ਹੈ, ਕਹਿੰਦੇ ਕਾਹੇ ਰੇ ਵਨ ਖੋਜਣ ਜਾਈ, ਸਰਬ ਨਿਵਾਸੀ। ਉਹ ਤੇ ਸਾਰੀਆਂ ਥਾਵਾਂ ਤੇ ਵਸਦਾ ਹੈ, ਤੇਰੇ ਅੰਦਰ ਵਸਦਾ, ਤੇਰੇ ਬਾਹਰ ਵਸਦਾ। ਕਾਹੇ ਰੇ ਵਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੂੰ ਹੀ ਸੰਗ ਸਮਾਹੀ। ਪਉਪ ਮਦ ਜੈਸੇ ਬਾਸ ਬਸਤ ਹੈ, ਮੁਕਰ ਮੈਂ ਜੈਸੇ ਛਾਈ। ਸਤਿਗੁਰੂ ਜੀ ਕਹਿੰਦੇ ਆ ਜਿਵੇਂ ਫੁੱਲ ਦੇ ਵਿੱਚ ਖੁਸ਼ਬੂ ਵਸਦੀ ਹੈ, ਸ਼ੀਸ਼ੇ ਦੇ ਅੰਦਰ ਪਰਛਾਵਾਂ ਵਸਦਾ ਹੈ, ਤੇ ਰੱਬ ਵੀ ਤੇਰੇ ਅੰਦਰ ਇੰਜ ਵਸਦਾ ਹੈ। ਪਿਆਰਿਓ ਕਿਤੇ ਬੁੱਲੇ ਸ਼ਾਹ ਇਹ ਬੋਲ ਕਹਿੰਦੇ ਹੈ, ਕਹਿੰਦੇ ਬੁੱਲਿਆ ਰੱਬ ਤੈਥੋਂ ਵੱਖ ਨਹੀਂ ਹੈ, ਪਰ ਤੇਰੀ ਵੇਖਣ ਵਾਲੀ ਅੱਖ ਨਹੀਂ ਹੈ। ਪਿਆਰਿਓ ਰੱਬ ਤੇ ਸਾਡੇ ਅੰਦਰ ਵਸਦਾ ਹੈ, ਰੱਬ ਹਿਰਦੇ ਵਿੱਚ ਵਸਦਾ ਹੈ। ਉਹ ਵੱਖਰੀ ਗੱਲ ਹੈ ਕਿ ਸਾਡੇ ਪੱਟਾਂ ਮੱਖਾਂ ਦੇ ਉੱਤੇ ਇੱਕ ਕਾਲਖ ਦੀ ਪੱਟੀ ਹੈ, ਤੇ ਜਿਹੜੀ ਸਾਨੂੰ ਨਾ ਆਪਣੇ 'ਚੋਂ ਰੱਬ ਦਿਸਣ ਦਿੰਦੀ ਹੈ ਤੇ ਨਾ ਦੂਜਿਆਂ ਦੇ ਵਿੱਚੋਂ। ਲੰਮਾ ਸਮਾਂ ਹੋਇਆ ਇਹ ਸ਼ਬਦ ਪੜ੍ਹਦਿਆਂ ਗਾਉਂਦਿਆਂ ਹੋਇਆਂ ਨੂੰ,
कि आवल अल्लाह नूर पाया, कुदरत के सब बंदे, एक नूर ते सब जग उपजिया, कौन भले को मंदे। गल इत्थे है एक नूर, जिथे अपने विचों एक नूर दे दर्शन करने आ ते उत्थे दूजियां दे विचों भी रब्बी जोत दे दर्शन करने। सतगुरु जी ये गल कहंदे आ, सब मैं जोत जोत है, सोए तिस दै चानण, सब मैं चानण होए। किते आपां इतिहास दा पन्ना पढ़दे आ, जदों आनंदां दी पुरी दे अंदर तुरकां दे नाल सतगुरु धन गुरु गोबिंद सिंह पातशाह दा जंग चलदा, युद्ध चलदा, ते उन्हां समयां दे अंदर प्यारिओ एक बहुत ही प्यारा जिहा सिख है, जिस नूं आपां सत्कार दे नाल भाई कन्हैया कह के याद करदे हां। भाई कन्हैया जी ने मोढे ते उत्ते मशक चुकी है ते पानी पिला रहा है। जे कोई सिख पानी लई आवाज़ दिंदा ते ਉਹ ਉਹਨਾਂ ਨੂੰ ਪਾਣੀ ਪਿਲਾ ਦਿੰਦਾ ਹੈ। ਜੇ ਕੋਈ ਤੁਰਕ ਪਾਣੀ ਲਈ ਆਵਾਜ਼ ਮਾਰਦਾ ਤੇ ਤੁਰਕ ਨੂੰ ਪਾਣੀ ਪਿਲਾ ਦਿੰਦਾ। ਇੱਕ ਦੋ ਸਿੱਖਾਂ ਨੇ ਇਹ ਗੱਲ ਨੂੰ ਚੰਗਾ ਨਾ ਸਮਝਿਆ ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਜਾ ਕੇ ਸ਼ਿਕਾਇਤ ਕਰ ਦਿੱਤੀ ਹੈ ਕਿ ਸਤਿਗੁਰੂ ਜੀ, ਭਾਈ ਕਨ੍ਹਈਆ ਤਾਂ ਤੁਰਕਾਂ ਦੇ ਨਾਲ ਮਿਲ ਗਿਆ, ਉਹਨਾਂ ਨੂੰ ਪਾਣੀ ਪਿਲਾ ਰਿਹਾ ਹੈ, ਇਸ ਨੂੰ ਰੋਕਣਾ ਚਾਹੀਦਾ ਹੈ। ਸਤਿਗੁਰੂ ਜੀ ਨੇ ਭਾਈ ਕਨ੍ਹਈਆ ਜੀ ਨੂੰ ਕੋਲ ਬੁਲਾਇਆ ਤੇ ਭਾਈ ਕਨ੍ਹਈਆ ਜੀ ਨੂੰ ਪੁੱਛਿਆ ਤੇ ਕਿਹਾ ਕਿ ਭਾਈ ਕਨ੍ਹਈਆ ਜੀ, ਸਾਨੂੰ ਇੰਜ ਸ਼ਿਕਾਇਤ ਮਿਲੀ ਹੈ ਕਿ ਤੂੰ ਤੁਰਕਾਂ ਦੇ ਨਾਲ ਮਿਲ ਗਿਆ, ਤੁਰਕਾਂ ਨੂੰ ਪਾਣੀ ਪਿਲਾ ਰਿਹਾ ਹੈ। ਤੇ ਪਿਆਰਿਓ, ਭਾਈ ਕਨ੍ਹਈਆ ਜੀ ਹੱਥ ਜੋੜ ਕੇ ਖਲੋ ਜਾਂਦੇ। ਕਹਿਣ ਲੱਗਾ, ਸਤਿਗੁਰੂ ਜੀ, ਜਦੋਂ ਕੋਈ ਪਿਆਸਾ ਪਾਣੀ ਮੰਗਦਾ ਮੈਂ ਉਸ ਨੂੰ ਪਾਣੀ ਪਿਲਾ ਦਿੰਦਾ ਹਾਂ। ਮੈਨੂੰ ਨਾ ਤੇ ਪਤਾ ਲੱਗਦਾ ਕਿ ਕੋਈ ਤੁਰਕ ਹੈ, ਨਾ ਮੈਨੂੰ ਕੋਈ ਪਤਾ ਲੱਗਦਾ ਕਿ ਸਿੱਖ ਹੈ। ਜਦੋਂ ਮੈਂ ਪਾਣੀ ਪਿਲਾ ਰਿਹਾ ਹੁੰਨਾ ਤੇ ਮੈਂ ਜਦੋਂ ਪਿਆਸੇ ਦਾ ਮੁੱਖ ਤੱਕਦਾ, ਚਿਹਰਾ ਤੱਕਦਾ, ਨਾ ਮੈਨੂੰ ਤੁਰਕ ਦਿਖਾਈ ਦਿੰਦਾ ਹੈ, ਨਾ ਮੈਨੂੰ ਸਿੱਖ ਦਿਖਾਈ ਦਿੰਦਾ ਹੈ। ਸਤਿਗੁਰੂ ਜੀ, ਜਦੋਂ ਮੈਂ ਚਿਹਰੇ 'ਤੇ ਵੱਲ ਤੱਕਦਾ ਹਾਂ ਤੇ ਉਸ ਸਮੇਂ ਮੈਨੂੰ ਤੁਹਾਡਾ ਚਿਹਰਾ ਦਿਖਾਈ ਦਿੰਦਾ ਹੈ। ਪਿਆਰਿਓ, ਦੂਜੇ ਦੇ ਵਿੱਚੋਂ ਵੀ ਗੁਰੂ ਦੇ ਦਰਸ਼ਨ ਕਰਨੇ। ਆਪਣੇ ਵਿੱਚੋਂ ਵੀ ਮੈਂ ਇੱਕ ਘਟਨਾ ਹੋਰ ਕਹਿ ਦੇਵਾਂ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇੱਕ ਸਿੱਖ ਖਲੋ ਕੇ ਕਹਿਣ ਲੱਗਾ, ਸਤਿਗੁਰੂ ਜੀ, ਕਈ ਵਾਰ ਮਨ ਕਰਦਾ ਹੈ ਕਿ ਤੁਹਾਡੇ ਦਰਸ਼ਨ ਕਰੀਏ, ਪਰ ਜਦੋਂ ਸਰੀਰ ਕਰਕੇ ਤੁਸੀਂ ਦੁਨੀਆ 'ਤੇ ਨਹੀਂ ਹੋਵੋਗੇ ਤੇ ਉਸ ਸਮੇਂ ਤੁਹਾਡੇ ਦਰਸ਼ਨ ਕਿਵੇਂ ਕਰਿਆ ਕਰਾਂਗੇ। ਸਤਿਗੁਰੂ ਜੀ ਨੇ ਇੱਕ ਬੜਾ ਪਿਆਰਾ ਜਿਹਾ ਵਚਨ ਕਿਹਾ। ਸਤਿਗੁਰੂ ਜੀ ਕਹਿੰਦੇ, ਮੇਰੇ ਦਰਸ਼ਨਾਂ ਦੀ ਤੜਫ ਹੋਵੇ ਤੇ ਪੰਜ ਗੁਰੂ ਕੇ ਸਿੱਖ ਜਿਹੜੇ ਤਿਆਰ ਵਰ ਤਿਆਰ ਨਿਤਨੇਮੀ ਗੁਰੂ ਕੇ ਸਿੱਖ ਹੋਣ। ਜਿੱਥੇ ਪਿਆਰਿਓ ਬਾਣੀ ਦੇ ਵਿੱਚ ਵੀ ਪੂਰੇ ਤੇ ਬਾਣੀ ਦੇ ਵਿੱਚ ਵੀ ਪੂਰੇ। ਕਹਿੰਦੇ ਪੰਜ ਗੁਰਸਿੱਖਾਂ ਨੂੰ ਸਾਹਮਣੇ ਖਿਲਾਵੇਂਗਾ ਤੇ ਦਰਸ਼ਨ ਹੋ ਜਾਣਗੇ। ਸਤਿਗੁਰੂ ਦੇ ਚਰਨਾਂ ਵਿੱਚ ਸਿੱਖ ਨੇ ਫੇਰ ਤਰਲਾ ਕੀਤਾ, ਸਤਿਗੁਰੂ ਜੀ, ਜੇ ਪੰਜ ਸਿੱਖ ਨਾ ਮਿਲਣ, ਸਤਿਗੁਰੂ ਜੀ ਕਹਿੰਦੇ ਦੋ ਹੋਣਗੇ ਤੇ ਦੋ ਵਿੱਚੋਂ ਦਿਖਾਈ ਦੇਵਾਂਗਾ। ਸਤਿਗੁਰੂ ਜੀ, ਜੇ ਦੋ ਵੀ ਨਾ ਹੋਣ, ਇੱਕ ਵੀ ਨਾ ਹੋਵੇ ਤੇ ਸਤਿਗੁਰੂ ਜੀ ਕਹਿੰਦੇ, ਗੁਰੂ ਕੇ ਸਿੱਖੋ, ਤੁਹਾਡੇ ਮਨ ਅੰਦਰ ਕਿਤੇ ਖਿਆਲ ਬਣੇ ਗੁਰੂ ਕੇ ਦਰਸ਼ਨਾਂ ਦੇ ਲਈ ਆਪ ਪੰਜ ਬਾਣੀਆਂ ਦਾ ਨਿਤਨੇਮ ਕਰਕੇ, ਆਪ ਸਿਮਰਨ ਕਰਕੇ, ਤਿਆਰ ਵਰ ਤਿਆਰ ਹੋ ਕੇ ਗੁਰੂ ਦਾ ਪਹਿਰਾਵਾ ਪਾ ਕੇ ਸੀਸੇ ਦੇ ਅੱਗੇ ਖਲੋ ਜਾਇਓ। ਸਤਿਗੁਰੂ ਜੀ ਕਹਿੰਦੇ, ਮੈਂ ਤੁਹਾਨੂੰ ਤੁਹਾਡੇ ਵਿੱਚੋਂ ਹੀ ਦਰਸ਼ਨ ਦੇਵਾਂਗਾ। ਪਿਆਰਿਓ, ਗੁਰੂ ਨੇ ਤੇ ਏਡੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਸਤਿਗੁਰੂ ਨੇ ਤੇ ਏਡੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ, ਬੜੀਆਂ ਵੱਡੀਆਂ ਜਿਹੜੀਆਂ ਸਾਡੇ 'ਤੇ ਮਿਹਰ ਕੀਤੀ ਹੈ। ਪਰ ਗੁਰੂ ਕੇ ਪਿਆਰਿਓ, ਸਾਡਾ ਇੱਕ ਬੜਾ ਵੱਡਾ ਦੁਖਾਂਤ ਹੈ। ਸਮਾਂ ਗੁਜ਼ਰ ਜਾਂਦਾ ਹੈ, ਬਚਪਨ ਵੀ ਗੁਜ਼ਰਿਆ, ਜਵਾਨੀ ਵੀ ਗੁਜ਼ਰੀ, ਬੁਢਾਪਾ ਵੀ ਗੁਜ਼ਰ ਗਿਆ, ਆਖਰ ਨੂੰ ਦੁਨੀਆ ਤੋਂ ਚਲਾ ਜਾਂਦਾ ਹੈ। ਪਰ ਇੱਕ ਦਿਨ ਸਤਿਗੁਰੂ ਜੀ ਦੇ ਕੋਲ ਆ ਕੇ ਨਹੀਂ ਬੈਠਦਾ। ਸਤਿਗੁਰੂ ਜੀ ਦੇ ਕੋਲ ਬੈਠਣਾ
ਦਰਬਾਰ ਸਾਹਿਬ ਵਿੱਚ ਬੈਠਣਾ ਨਹੀਂ ਹੁੰਦਾ, ਸਤਿਗੁਰੂ ਜੀ ਦੇ ਕੋਲ ਬੈਠਣਾ, ਸਤਿਗੁਰੂ ਦੀ ਬਾਣੀ ਨੂੰ ਪੜ੍ਹਨਾ, ਸਤਿਗੁਰੂ ਦੀ ਬਾਣੀ ਨੂੰ ਪੜ੍ਹ ਕੇ ਵਿਚਾਰਨਾ, ਸਤਿਗੁਰੂ ਜੀ ਦੇ ਉਪਦੇਸ਼ਾਂ ਨੂੰ ਮੰਨ ਲੈਣਾ। ਤੇ ਮੈਂ ਬੇਨਤੀ ਕਰਿਆ ਸਾਂ, ਅਲੱਗ-ਅਲੱਗ ਰਸਤੇ ਚੁਣੇ ਨੇ, ਪਰ ਸਤਿਗੁਰੂ ਜੀ ਨੇ ਸਾਨੂੰ ਰਸਤਾ ਦਿੱਤਾ ਹੈ ਕਿ ਆਪਣੇ ਪਰਿਵਾਰ ਵਿੱਚ ਰਹਿੰਦਾ ਹੋਇਆ ਨਿਰੰਕਾਰ ਨੂੰ ਯਾਦ ਕਰਦਾ ਰਹੇ। ਸਾਰਾ ਦਿਨ ਵੇਖੋ, ਕਈ ਵਾਰ ਆਪਾਂ ਵੇਖਦੇ ਹਾਂ ਕਿ ਸਵੇਰੇ ਬੰਦਾ ਕੰਮ 'ਤੇ ਜਾਣ ਲੱਗਿਆਂ ਪ੍ਰਸ਼ਾਦਾ ਛਕ ਲੈਂਦਾ ਹੈ, ਸਾਰਾ ਦਿਨ ਉਹ ਆਪਣਾ ਕੰਮ ਕਰਦਾ, ਸ਼ਾਮਾਂ ਪੈਂਦੀਆਂ ਨੇ, ਸ਼ਾਮਾਂ ਨੂੰ ਫਿਰ ਪ੍ਰਸ਼ਾਦ ਛਕਦਾ, ਫਿਰ ਸਾਰੀ ਰਾਤ ਗੁਜ਼ਰ ਜਾਂਦੀ ਹੈ। ਇਸੇ ਤਰ੍ਹਾਂ ਭਾਈ ਸਾਹਿਬ ਨੇ ਪਹਿਲੀ ਉਦਾਹਰਣ ਦਿੱਤੀ ਹੈ ਕਿ ਸਵੇਰੇ ਪ੍ਰਸ਼ਾਦਾ ਚੰਗੀ ਤਰ੍ਹਾਂ ਛਕਣ ਦੇ ਨਾਲ ਸਾਰਾ ਦਿਨ ਭੁੱਖ ਨਹੀਂ ਲੱਗਦੀ ਤੇ ਸ਼ਾਮਾਂ ਨੂੰ ਛਕੀਦਾ। ਭਾਈ ਸਾਹਿਬ ਦੂਸਰੀ ਉਦਾਹਰਣ ਦਿੰਦੇ ਹੈ, ਕਹਿੰਦੇ ਜਿਵੇਂ ਸਮੁੰਦਰ ਦੇ ਵਿੱਚ ਬੇੜੀ ਚੱਲਦੀ ਹੈ, ਸਾਰੀ ਬੇੜੀ ਪਾਣੀ ਦੇ ਵਿੱਚ ਡੁੱਬੀ ਹੈ, ਪਰ 2 ਉਂਗਲੀਆਂ ਬਾਹਰ ਹੋਣ ਦੇ ਕਾਰਨ ਉਹ ਬੇੜੀ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦੀ ਹੈ। ਪਿਆਰਿਓ, ਭਾਈ ਸਾਹਿਬ ਇਹ ਉਦਾਹਰਨਾਂ ਦੇ ਕੇ ਸਾਨੂੰ ਕਹਿੰਦੇ ਹੈ ਕਿ ਜਿਵੇਂ ਇੱਕ ਸਮੇਂ ਰੱਜ ਕੇ ਪ੍ਰਸ਼ਾਦਾ ਛਕਣ ਨਾਲ ਸਾਰਾ ਦਿਨ ਭੁੱਖ ਨਹੀਂ ਲੱਗਦੀ, ਤੋ ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਮਾਰ ਕੇ ਰੱਬ ਦਾ ਸਿਮਰਨ ਕਰਿਆ ਕਰ, ਸਾਰਾ ਦਿਨ ਕੰਮ ਕਰ। ਪਿਆਰਿਓ, ਕਿੰਨਾ ਸੌਖਾ ਜਿਹੜਾ ਸਾਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਣਾ ਦਿੱਤਾ। ਤੁਸੀਂ ਕਦੇ ਇਸਲਾਮ ਧਰਮ ਦੀਆਂ ਸ਼ਰਤਾਂ ਪੜ੍ਹ ਕੇ ਵੇਖੋਗੇ, ਉਹਨਾਂ ਧਰਮਾਂ ਦੇ ਵਿੱਚ 5 ਨਮਾਜ਼ਾਂ ਨੇ, ਸੂਰਜ ਚੜ੍ਹਨ ਤੋਂ ਪਹਿਲਾਂ, ਫਿਰ ਸੂਰਜ ਚੜ੍ਹਨ ਦੇ ਸਮੇਂ, ਫਿਰ ਦੁਪਹਿਰੇ, ਸ਼ਾਮਾਂ ਤੇ ਰਾਤ ਨੂੰ। ਇਸੇ ਤਰ੍ਹਾਂ ਸਾਰਾ ਦਿਨ ਨਮਾਜ਼ ਪੜ੍ਹਦਿਆਂ ਗੁਜ਼ਰ ਜਾਂਦਾ ਹੈ, ਪਰ ਸਤਿਗੁਰੂ ਜੀ ਨੇ ਕਿੰਨਾ ਸੁਖਾਲਾ ਬਣਾ ਦਿੱਤਾ ਹੈ। ਸਤਿਗੁਰੂ ਜੀ ਕਹਿੰਦੇ ਸਵੇਰੇ ਅੰਮ੍ਰਿਤ ਵੇਲੇ ਉੱਠਿਆ ਕਰ, ਤੇ ਉੱਠ ਕੇ 5 ਬਾਣੀਆਂ ਦਾ ਨਿਤਨੇਮ ਕਰਨ ਤੋਂ ਬਾਅਦ 5 ਮਿੰਟ ਬੈਠ ਕੇ ਚੌਂਕੜਾ ਮਾਰ ਕੇ ਰੱਬ ਦੀ ਯਾਦ ਵਿੱਚ ਰੱਬ ਨੂੰ ਯਾਦ ਕਰ ਲਿਆ ਕਰ, ਫਿਰ ਆਪਣਾ ਕਾਰੋਬਾਰ ਕਰਦਾ ਰਹਿ। ਸ਼ਾਮਾਂ ਪੈਂਦੀਆਂ, ਸ਼ਾਮਾਂ ਨੂੰ ਰਹਿਰਾਸ ਸਾਹਿਬ ਦਾ ਪਾਠ ਤੇ ਸ਼ਾਮਾਂ ਨੂੰ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਕਰ ਲਿਆ ਕਰ। ਸੌਣ ਲੱਗਿਆ ਤੇਰੀ ਜ਼ਿੰਦਗੀ ਸਫਲ ਹੋ ਜਾਵੇਗੀ। ਪਿਆਰਿਓ, ਕਿੰਨਾ ਸੁਖਾਲਾ ਜਿਹੜਾ ਸਾਨੂੰ ਸਤਿਗੁਰੂ ਜੀ ਨੇ ਬਣਾਇਆ, ਪਰ ਕਈ ਵਾਰ ਬੰਦਾ ਇਹ ਸੌਖੇ ਜਿਹੇ ਢੰਗ ਨੂੰ ਵੀ ਅਸਲ ਵਿੱਚ ਜ਼ਿੰਦਗੀ ਵਿੱਚ ਬਣਾਉਣ ਲਈ ਤਿਆਰ ਨਹੀਂ ਹੈ। ਤੇ ਸਤਿਗੁਰੂ ਜੀ ਕਹਿੰਦੇ ਪਰ ਬੜੀ ਮੁਸ਼ਕਲ ਦੇ ਨਾਲ ਵੀ ਬੰਦਾ ਧਰਮ ਨੂੰ ਕਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਕਈ ਰਸਤੇ ਤੁਰੇ ਤਾਂ ਜਾ ਰਹੇ ਆ, ਪਰ ਰੱਬ ਦੇ ਦਰ 'ਤੇ ਉਹ ਰਸਤੇ ਪ੍ਰਵਾਨ ਨਹੀਂ ਹੈ। ਕਬੀਰ ਮਹਿੰਦੀ ਕਰਕੇ ਘਾਲਿਆ, ਆਪ ਪੀਸਾਏ ਤੈਸੈ ਬਾਤ ਨਾ ਪੁੱਛਿਆ, ਕਵੂ ਨਾ ਲਾਈ ਪਾਏ। ਪਾਏ ਦਾ ਅਰਥ ਹੁੰਦਾ ਪੈਰਾਂ ਦੇ ਨਾਲ। ਮੇਰੇ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਆਪਣੇ ਚਰਨਾਂ ਵਿੱਚ ਪ੍ਰਵਾਨ ਨਹੀਂ ਕੀਤਾ। ਕਿਉਂ? ਕਿਉਂਕਿ ਤੇਰਾ ਬੰਦਗੀ ਕਰਨ ਦਾ ਤਰੀਕਾ ਨਹੀਂ ਹੈ। ਸਤਿਗੁਰੂ ਜੀ ਨੇ ਕਈ ਸਵਾਲ ਵੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਰੱਖੇ ਹੈ। ਸਤਿਗੁਰੂ ਜੀ ਕਹਿੰਦੇ ਭਾਈ, ਬੰਦਾ ਕਹਿੰਦਾ ਨਗਨ ਰਹਿਣ ਦੇ ਨਾਲ ਰੱਬ ਮਿਲ ਜਾਂਦਾ ਹੈ, ਵਿਆਹ ਨਾ ਕਰਵਾਈਏ ਤੇ ਤਾਂ ਰੱਬ ਦੀ ਪ੍ਰਾਪਤੀ ਹੁੰਦੀ ਹੈ। ਤੇ ਭਗਤ ਸਾਹਿਬ ਭਗਤ ਕਬੀਰ ਜੀ ਕਹਿੰਦੇ ਆ, ਭਲਿਓ ਜੇ ਗੱਲ ਕਰੀਏ ਨਗਨ ਰਹਿਣ ਨਾਲ ਰੱਬ ਦੀ ਪ੍ਰਾਪਤੀ, ਤੇ ਫਿਰ ਜੰਗਲਾਂ ਵਿੱਚ ਫਿਰਦੇ ਹੋਏ ਮਿਰਗਾਂ ਨੂੰ ਕਿਉਂ ਨਹੀਂ ਰੱਬ ਦੀ ਪ੍ਰਾਪਤੀ ਹੋਈ? ਜੇ ਪਰਿਵਾਰ ਵਿੱਚੋਂ ਭੱਜਣ ਦੇ ਨਾਲ, ਵਿਆਹ ਨਾ ਕਰਾਉਣ ਦੇ ਨਾਲ ਰੱਬ ਦੀ ਪ੍ਰਾਪਤੀ ਹੁੰਦੀ, ਤੇ ਫਿਰ ਖੁਸਰਿਆਂ ਦੇ ਕਿਹੜੇ ਡੋਲੇ ਹੈ, ਫਿਰ ਖੁਸਰੇ ਨੂੰ ਰੱਬ ਕਿਉਂ ਨਹੀਂ ਮਿਲ ਜਾਂਦਾ? ਪਿਆਰਿਓ, ਸਤਿਗੁਰੂ ਜੀ ਨੇ ਇਹਨਾਂ ਗੱਲਾਂ ਉੱਤੇ ਟਾਂਕਣ ਕੀਤਾ ਹੈ। ਭਾਵ ਕਿ ਸਤਿਗੁਰੂ ਜੀ ਨੇ ਸਾਨੂੰ ਪਰਿਵਾਰ ਵਿੱਚ ਰਹਿੰਦਿਆਂ, ਕਾਰੋਬਾਰ ਕਰਦਿਆਂ, ਧਨ ਦੌਲਤ ਕਮਾਉਂਦਿਆਂ, ਸੱਚ ਦੀ ਕਿਰਤ ਕਰਦਿਆਂ ਹੋਇਆਂ, ਸਤਿਗੁਰੂ ਜੀ ਕਹਿੰਦੇ ਕੁਝ ਸਮਾਂ ਉਸ ਮਾਲਕ ਦੇ ਨਾਲ ਸੁਰਤ ਜੋੜ ਲਿਆ ਕਰ। ਕਾਰੋਬਾਰ ਕਰਦਿਆਂ ਹੀ ਤੇਰੀ ਉਸ ਮਾਲਕ ਦੇ ਦਰ 'ਤੇ ਪ੍ਰਵਾਨਗੀ ਹੋ ਜਾਣੀ ਹੈ। ਪਿਆਰਿਓ, ਸਤਿਗੁਰੂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬੜੀਆਂ ਪਿਆਰੀਆਂ 2 ਉਦਾਹਰਨਾਂ ਦਿੱਤੀਆਂ ਨੇ। ਸਤਿਗੁਰੂ ਜੀ ਕਹਿੰਦੇ ਜਿਵੇਂ ਸਮੁੰਦਰ ਦੇ ਅੰਦਰ ਕਮਲ ਦਾ ਫੁੱਲ ਹੈ, ਉਹ ਪਾਣੀ ਵਿੱਚ ਰਹਿੰਦਾ ਹੋਇਆ ਪਾਣੀ ਤੋਂ ਨਿਰਲੇਪ ਹੈ, ਚਿੱਕੜ ਵਿੱਚ ਰਹਿੰਦਿਆਂ ਚਿੱਕੜ ਤੋਂ ਨਿਰਲੇਪ ਹੈ। ਤੇ ਦੂਜੀ ਉਦਾਹਰਨ ਦਿੱਤੀ ਹੈ ਸਤਿਗੁਰੂ ਜੀ ਨੇ ਮਿਰਗਾਬੀ ਦੀ,
ਪਿਆਰਿਓ, ਮਰਗਾਬੀ ਸਾਰਾ ਦਿਨ ਪਾਣੀ ਵਿੱਚ ਰਹਿੰਦੀ ਹੈ, ਪਰ ਪਾਣੀ ਤੋਂ ਨਿਰਲੇਪ ਵੀ ਰਹਿੰਦੀ ਹੈ। ਸਤਿਗੁਰੂ ਜੀ ਕਹਿੰਦੇ ਜਿਵੇਂ ਫੁੱਲ, ਕਮਲ ਦਾ ਫੁੱਲ ਚਿੱਕੜ ਵਿੱਚ ਰਹਿੰਦਾ ਹੋਇਆ ਚਿੱਕੜ ਤੋਂ ਨਿਰਲੇਪ ਹੈ, ਜਿਵੇਂ ਮਰਗਾਬੀ ਪਾਣੀ ਵਿੱਚ ਰਹਿੰਦੀ ਹੋਈ ਭਾਈ ਪਾਣੀ ਤੋਂ ਨਿਰਲੇਪ ਹੈ, ਤੋ ਦੁਨੀਆ ਵਿੱਚ ਰਹਿੰਦਾ ਹੋਇਆ ਤੋ ਦੁਨੀਆ ਤੋਂ ਨਿਰਲੇਪ ਰਹਿਣਾ ਹੈ। ਪਿਆਰਿਓ, ਦੁਨੀਆ ਤੋਂ ਨਿਰਲੇਪ ਸਰੀਰ ਤੇਰਾ ਕਾਰੋਬਾਰ ਵਿੱਚ ਹੋਵੇ, ਮਨ ਤੇਰਾ ਉਹ ਨਿਰੰਕਾਰ ਦੇ ਵਿੱਚ ਹੋਵੇ। ਸਰੀਰ ਤੇਰਾ ਪਰਿਵਾਰ ਵਿੱਚ ਹੋਵੇ ਤੇ ਤੇਰਾ ਮਨ ਨਿਰੰਕਾਰ ਵਿੱਚ ਹੋਵੇ। ਤੇ ਇੱਕ ਵਾਰੀ ਮੈਂ ਬੜੇ ਪਿਆਰੇ ਜੀ ਬੋਲ ਜਸਵੀਰ ਸਿੰਘ ਜੀ ਖੰਨੇ ਵਾਲੇ ਉਹਨਾਂ ਦੇ ਸੁਣ ਰਿਹਾ ਸਾਂ। ਉਹਨਾਂ ਨੇ ਇੱਕ ਸ਼ਬਦ ਬੜਾ ਪਿਆਰਾ ਗਿਆ। ਉਹ ਕਹਿੰਦੇ ਜਿਸ ਦਿਨ ਸਰੀਰ ਦੇ ਵਿੱਚੋਂ ਹੰਸ ਉਡਾਰੀ ਮਾਰ ਜਾਵੇ, ਉਸ ਦਿਨ ਉਹਨਾਂ ਦਾ ਕਹਿਣ ਲੱਗੇ ਤੇਰਾ ਸਰੀਰ ਸ਼ਮਸ਼ਾਨ ਘਾਟ ਨੂੰ ਜਦੋਂ ਤੁਰਿਆ ਲੈ ਕੇ ਜਾਇਆ ਜਾ ਰਿਹਾ ਹੈ, ਕਹਿੰਦੇ ਤੇਰਾ ਸਰੀਰ ਸ਼ਮਸ਼ਾਨ ਘਾਟ ਵਿੱਚ ਪਹੁੰਚਿਆ ਨਾ ਹੋਵੇ ਤੇ ਤੇਰੀ ਆਤਮਾ ਭਗਵਾਨ ਘਾਟ ਵਿੱਚ ਪਹਿਲਾਂ ਪਹੁੰਚ ਜਾਵੇ। ਪਹਿਲਾਂ ਭਗਵਾਨ ਘਾਟ ਵਿੱਚ ਤੇਰੀ ਆਤਮਾ ਪਹੁੰਚੇ, ਫਿਰ ਤੇ ਤੇਰੀ ਜ਼ਿੰਦਗੀ ਸਫਲ ਹੈ। ਨਹੀਂ ਤੇ ਪਿਆਰਿਓ, ਇਸ ਦੇਹੀ ਨੂੰ ਸਤਿਗੁਰੂ ਜੀ ਕਹਿੰਦੇ ਐਵੇਂ ਹੀ ਕੌਡੀਆਂ ਦੇ ਭਾਅ ਵੇਚ ਕੇ ਤੁਰ ਗਿਆ ਦੁਨੀਆ ਵਿੱਚੋਂ। ਤੇ ਹੁਣ ਇੱਥੇ ਸਤਿਗੁਰੂ ਜੀ ਸਾਨੂੰ ਇਹ ਗੱਲ ਸਮਝਾਉਣਾ ਚਾਹੁੰਦੇ ਹੈ, ਕਹਿੰਦੇ ਜਿਹੜੇ ਰਸਤੇ ਸੰਸਾਰ ਦੇ ਅਗਿਆਨੀਆਂ ਨੇ ਅਪਣਾਏ ਹੈ ਕਿ ਜਟਾਂ ਰੱਖ ਲਿਓ, ਜਾਂ ਸਿਰ ਨੂੰ ਘੋਣ ਮੋਨ ਕਰ ਦਿਓ, ਜਾਂ ਸਰੀਰ ਉੱਤੇ ਕੱਪੜੇ ਨਾ ਪਾਓ, ਜਾਂ ਫਿਰ ਪਿੰਡੇ 'ਤੇ ਸਵਾਹ ਮਲ ਲੈਣੀ, ਜਾਂ ਸੰਸਾਰ ਨੂੰ ਛੱਡ ਕੇ ਜੰਗਲਾਂ ਵਿੱਚ ਚਲੇ ਜਾਣਾ, ਜਾਂ ਧੂਣੀਆਂ ਤਾਪਣੀਆਂ, ਭੁੱਖੇ ਰਹਿਣਾ। ਸਤਿਗੁਰੂ ਜੀ ਕਹਿੰਦੇ ਹੈ ਤੇ ਬੰਦਗੀ ਦਾ ਰਸਤਾ, ਪਰ ਇਹ ਰੱਬ ਨੂੰ ਇਹ ਬੰਦਗੀ ਪ੍ਰਵਾਨ ਨਹੀਂ ਹੈ। ਰੱਬ ਨੂੰ ਤੇ ਬੰਦਗੀ ਉਹ ਪ੍ਰਵਾਨ ਹੈ ਕਿ ਸੰਸਾਰ ਵਿੱਚ ਰਹਿੰਦਿਆਂ ਰੱਬ ਨੂੰ ਯਾਦ ਕਰਨਾ, ਸੱਚੀ ਕਿਰਤ ਕਰਨੀ। ਵੇਖੋ ਕਿੰਨਾ ਸੋਹਣਾ ਸਿਧਾਂਤ ਦਿੱਤਾ। ਸਤਿਗੁਰੂ ਜੀ ਕਹਿੰਦੇ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਤਿੰਨ ਗੱਲਾਂ ਕਹੀਆਂ, ਕਿਰਤ ਕਰਨਾ, ਵੰਡ ਛਕਣਾ ਤੇ ਪ੍ਰਮਾਤਮਾ ਦਾ ਨਾਮ ਜਪਣਾ। ਤਿੰਨੇ ਗੱਲਾਂ ਜ਼ਿੰਦਗੀ ਅੰਦਰ ਕਰਦਾ ਰਹਿ, ਜੀਵਨ ਸਫਲ ਹੋ ਜਾਣਾ। ਅਗਲਾ ਸ਼ਬਦ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਮਹੱਲਾ ਤੀਜਾ। ਨਾਨਕ ਮਹਿੰਦੀ ਕਰਕੇ ਰੱਖਿਆ। ਇੱਥੇ ਇਹ ਸ਼ਬਦ ਦਾ ਜਿਹੜਾ ਅਰਥ ਹੋਰ ਬਣ ਜਾਂਦਾ। ਪਹਿਲੇ ਦਾ ਅਰਥ ਸੀ ਭਗਤੀ ਕਰਨ ਦਾ ਤਰੀਕਾ ਠੀਕ ਨਾ ਹੋਣਾ, ਤੇ ਦੂਜੇ ਅੰਦਰ ਹੈ ਰੱਬੀ ਹੁਕਮ ਨੂੰ, ਬਾਣੀ ਨੂੰ ਮਿੱਠਾ ਕਰਕੇ ਮੰਨਣਾ, ਉਸ ਮਾਲਕ ਦੇ ਹੁਕਮ ਵਿੱਚ ਚੱਲਣਾ, ਉਸ ਮਾਲਕ ਦੀ ਬਾਣੀ ਵਿੱਚ ਚੱਲਣਾ। ਤੇ ਸਤਿਗੁਰੂ ਜੀ ਕਹਿੰਦੇ ਆ ਨਾਨਕ ਮਹਿੰਦੀ ਕਰਕੇ ਰੱਖਿਆ, ਸੋ ਨਾਦਰ ਕਰੇ। ਤੂੰ ਆਪਣੇ ਆਪ ਨੂੰ ਮਹਿੰਦੀ ਬਣਾ ਕੇ, ਆਪਣੇ ਆਪ ਨੂੰ ਨਿਮਰਤਾ ਦੇ ਵਿੱਚ ਲੈ ਕੇ, ਆਪਣੇ ਆਪ ਨੂੰ ਧੂੜੀ ਬਣਾ ਕੇ ਉਸ ਮਾਲਕ ਦੇ ਚਰਨਾਂ ਦੇ ਵਿੱਚ ਰੱਖ। ਪਿਆਰਿਓ, ਆਪਾਂ ਦੋ ਗੱਲਾਂ ਬੜੇ ਲੰਮੇ ਸਮੇਂ ਤੋਂ ਸਤਿਗੁਰੂ ਜੀ ਦੀ ਬਾਣੀ ਵਿੱਚੋਂ ਪੜ੍ਹਦੇ ਆ ਰਹੇ ਹਾਂ। ਸਤਿਗੁਰੂ ਜੀ ਕਹਿੰਦੇ ਹੈ ਦਰਬਾਰ ਦੇ ਅੰਦਰ ਗੁਰੂ ਦੇ ਚਰਨਾਂ ਵਿੱਚ ਦੋ ਵਿਰਤੀਆਂ ਜਿਹੜੀਆਂ ਬੰਦੇ ਦੀਆਂ ਆਉਂਦੀਆਂ ਨੇ। ਇੱਕ ਬੰਦਾ ਆਪਣਾ ਆਪ ਗਵਾ ਕੇ ਆਉਂਦਾ ਹੈ, ਇੱਕ ਬੰਦਾ ਆਪਣੇ ਆਪ ਨੂੰ ਕੁਝ ਪੇਸ਼ ਕਰਕੇ ਆਉਂਦਾ ਹੈ। ਭਾਵੇਂ ਉਹ ਧਨ ਕਰਕੇ ਹੋਵੇ, ਭਾਵੇਂ ਉਹ ਸਰੀਰ ਕਰਕੇ ਸੁਹੱਪਣਪਣ ਹੋਵੇ, ਭਾਵੇਂ ਉਹ ਕਿਸੇ ਅਹੁਦੇ ਦੀ ਗੱਲ ਹੋਵੇ। ਸਤਿਗੁਰੂ ਜੀ ਕਹਿੰਦੇ ਜਦੋਂ ਬੰਦਾ ਆਪਣੇ ਮਨ ਦੇ ਅੰਦਰ ਇੱਕ ਸੂਖਮ ਹੰਕਾਰ ਵੀ ਕਿਤੇ ਲੈ ਕੇ ਆ ਜਾਵੇ, ਸਤਿਗੁਰੂ ਜੀ ਉਸ ਬੰਦੇ ਦੇ ਵੱਲ ਕਦੇ ਵੀ ਮੁੱਖ ਨਹੀਂ ਕਰਦੇ। ਪਰ ਜਿਹੜਾ ਆਪਣਾ ਆਪ ਤਿਆਗ ਕੇ, ਆਪਣਾ ਸਭ ਕੁਝ ਗਵਾ ਕੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਬੈਠਦਾ ਹੈ, ਤੇ ਸਤਿਗੁਰੂ ਜੀ ਉਹ ਸਿੱਖ ਦੇ ਵੱਲ ਆਪਣਾ ਮੁੱਖ ਕਰ ਲੈਂਦੇ ਆ। ਤੁਸੀਂ ਰੋਜ਼ਾਨਾ ਹੀ ਸ਼ਬਦ ਪੜ੍ਹਦੇ ਹੋ, ਸਤਿਗੁਰੂ ਜੀ ਦੇ ਬੋਲ ਹੈ। ਸਤਿਗੁਰੂ ਜੀ ਕਹਿੰਦੇ ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ RAM ਰਾਜੇ। ਹਰ ਨਾਕਸ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ। ਅਹੰਕਾਰੀ ਤੇ ਨਿੰਦਕ ਬੰਦਿਆਂ ਦੇ ਵੱਲ ਸਤਿਗੁਰੂ ਜੀ ਪਿੱਛਾ ਕਰਕੇ ਬੈਠਦੇ ਹੈ। ਨਾਮ ਦਿਓ ਮੁਖ ਲਾਇਆ,
ਤੇ ਨਿਮਰਤਾ ਰੱਖਣ ਵਾਲੇ ਪਿਆਰਿਆਂ ਦੇ ਵੱਲ ਸਤਿਗੁਰੂ ਮੁੱਖ ਕਰਕੇ ਬੈਠਦੇ ਹੈ। ਸੋ ਪਿਆਰਿਓ, ਆਪਣੇ ਆਪ ਨੂੰ ਗਵਾ ਲੈਣਾ, ਆਪਣੇ ਆਪ ਨੂੰ ਕੁਝ ਨਾ ਸਮਝਣਾ, ਕਿਉਂਕਿ ਆਪਾਂ ਰੋਜ਼ਾਨਾ ਹੀ ਅਰਦਾਸ ਦੇ ਵਿੱਚ ਪੜ੍ਹਦੇ ਹਾਂ, ਸਤਿਗੁਰੂ ਤਾਂ ਨਿਮਾਣਿਆਂ ਦਾ ਮਾਣ ਹੈ, ਸਤਿਗੁਰੂ ਤਾਂ ਨਿਤਾਣਿਆਂ ਦਾ ਤਾਣ ਹੈ, ਸਤਿਗੁਰੂ ਤਾਂ ਨਿਉਟਿਆਂ ਦੀ ਓਟ ਹੈ, ਸਤਿਗੁਰੂ ਤਾਂ ਨਿਆਸਰਿਆਂ ਦੇ ਆਸਰੇ ਹੈ, ਸਤਿਗੁਰੂ ਤਾਂ ਨਿਮਾਣਿਆਂ ਦਾ ਮਾਣ ਹੈ। ਜਿਹੜਾ ਕਹਿੰਦਾ ਸਤਿਗੁਰੂ ਜੀ ਕਿਸ ਹੀ ਕੋਈ ਕੋਏ, ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ ਤੇ ਕਿਸੇ ਦਾ ਕੋਈ ਹੈ, ਬਸ ਮੇਰੇ ਸਾਹਮਣੇ ਤਾਂ ਮੇਰੇ ਮਾਲਕ ਜੀ ਮੇਰਾ ਸਭ ਕੁਝ ਤੂੰ ਹੀ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਸਤਿਗੁਰੂ ਜੀ ਕਹਿੰਦੇ ਭਾਈ ਆਪਣਾ ਆਪ ਤਿਆਗਣ ਵਾਲੇ ਰੱਬ ਦੇ ਦਰ 'ਤੇ ਪ੍ਰਵਾਨ ਹੋ ਜਾਂਦੇ ਹੈ, ਰੱਬ ਵਿੱਚ ਭੇਦ ਹੋ ਜਾਂਦੇ ਹੈ। ਅਤੇ ਇੱਥੇ ਸ਼ਬਦ ਸਤਿਗੁਰੂ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਹੈ ਵੀ ਆਪਣੇ ਆਪ ਨੂੰ ਜਿਹੜੇ ਨਿਮਰਤਾ ਵਿੱਚ ਲੈ ਕੇ, ਆਪਣੇ ਆਪ ਨੂੰ ਗਵਾ ਕੇ ਜਦੋਂ ਗੁਰੂ ਦੇ ਦਰ 'ਤੇ ਆਉਂਦੇ ਆ, ਸੋ ਸਹੁ ਨਦਰ ਕਰੇ, ਉਹਨਾਂ 'ਤੇ ਗੁਰੂ ਕਿਰਪਾ ਕਰ ਦਿੰਦਾ, ਨਦਰ ਕਰ ਦਿੰਦਾ। ਫਿਰ ਉਹ ਆਪਣੇ ਪਿਆਰੇ ਦੀ ਰਖਵਾਲੀ ਆਪ ਕਰਦਾ, ਆਪੇ ਪੀਸੈ, ਆਪੇ ਹੀ ਔਗਣਾਂ ਨੂੰ ਕੱਢ ਦਿੰਦਾ, ਆਪੇ ਘਸੈ, ਆਪੇ ਹੀ ਲਾਏ ਲੇ, ਆਪਣੇ ਆਪ ਹੀ ਗੁਰੂ ਕਿਰਪਾ ਕਰ ਦਿੰਦਾ, ਸਾਡੇ ਔਗਣਾਂ ਨੂੰ ਗੁਰੂ ਕੱਢਦਾ। ਜਿਵੇਂ ਕਿ ਪਿਆਰਿਓ ਇੱਕ ਸੁਨਿਆਰਾ ਸੋਨੇ ਦੇ ਵਿੱਚੋਂ ਖੋਟ ਕੱਢ ਦਿੰਦਾ, ਅਤੇ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਹੀ ਭਾਈ ਗੁਰੂ ਆਪਣੇ ਸਿੱਖਾਂ ਦੇ ਵਿੱਚੋਂ ਊਣਤਾਈਆਂ ਕੱਢ ਦਿੰਦਾ ਹੈ, ਔਗਣ ਕੱਢ ਦਿੰਦਾ। ਫਿਰ ਗੁਰੂ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਹੈ, ਕਹਿੰਦੇ ਇੱਕ ਮਾਤਾ ਦੇ ਦੋ ਬੱਚੇ ਨੇ, ਪਿਆਰੇ ਭਾਵੇਂ ਦੋਨੇ ਹੀ ਹੈ, ਪਰ ਉਹਨਾਂ ਪਿਆਰ ਵੱਡੇ ਨੂੰ ਨਹੀਂ ਹੁੰਦਾ ਜਿੰਨਾ ਪਿਆਰ ਮਾਤਾ ਗੋਦ ਵਿੱਚ ਪਏ ਹੋਏ ਬੱਚੇ ਨੂੰ ਕਰਦੀ ਹੈ। ਉਹਦਾ ਕਾਰਨ ਹੈ, ਉਹਦਾ ਅਰਥ ਇਹ ਨਹੀਂ ਕਿ ਵੱਡੇ ਨੂੰ ਪਿਆਰ ਨਹੀਂ ਕੀਤਾ ਜਾ ਰਿਹਾ, ਪਰ ਅਰਥ ਉਹ ਹੈ ਕਿ ਵੱਡਾ ਹੁਣ ਸਿਆਣਾ ਹੋ ਗਿਆ ਅਤੇ ਆਪਣੀ ਮਰਜ਼ੀ ਕਰਦਾ ਹੈ। ਇੱਕ ਬੱਚਾ ਉਹ ਹੈ ਜਿਹੜਾ ਆਪਣੀ ਮਾਤਾ 'ਤੇ ਨਿਰਭਰ ਹੈ। ਜਦੋਂ ਅਸੀਂ ਆਪਣੇ ਅੰਦਰ ਆਪਣੀ ਸਿਆਣਪ ਨੂੰ ਲੈ ਕੇ ਬੈਠਾਂਗੇ ਅਤੇ ਮੇਰਾ ਗੁਰੂ ਕਹਿੰਦਾ ਵੀ ਇਹ ਸਿਆਣਾ ਹੋ ਗਿਆ, ਹੁਣ ਆਪਣੀ ਮਰਜ਼ੀ ਨਾਲ ਇਹ ਸਮਝ ਸਕਦਾ, ਕਾਰੋਬਾਰ ਕਰ ਸਕਦਾ। ਪਰ ਜਦੋਂ ਅਸੀਂ ਗੋਦ ਵਿੱਚ ਪਏ ਕੋਈ ਬੱਚੇ ਦੀ ਤਰ੍ਹਾਂ ਗੁਰੂ ਦੇ ਦਰ 'ਤੇ ਬੈਠਾਂਗੇ ਪਿਆਰਿਓ, ਫਿਰ ਗੁਰੂ ਨੂੰ ਚਿੰਤਾ ਹੋਵੇਗੀ, ਗੁਰੂ ਨੂੰ ਫਿਕਰ ਹੋਵੇਗਾ, ਜਿਵੇਂ ਗੋਦ ਵਿੱਚ ਬੈਠੀ ਕੋਈ ਮਾਂ ਨੂੰ ਆਪਣੇ ਬੱਚੇ ਦਾ ਫਿਕਰ ਹੈ। ਸਤਿਗੁਰੂ ਜੀ ਕਹਿੰਦੇ ਆ ਭਾਈ ਆਪੇ ਪੀਸੈ ਆਪੇ ਘਸੈ, ਆਪੇ ਹੀ ਲਾਏ ਲੇ, ਇਹ ਪਿਰਮ ਪਿਆਲਾ ਖਸਮ ਕਾ, ਜੈ ਭਾਵੈ ਤੈ ਦੇ। ਇਹ ਤੇ ਰੱਬ ਦੀ ਬਖਸ਼ਿਸ਼ ਹੈ। ਕੋਈ ਬੰਦਾ ਆਪਣੇ ਜ਼ੋਰ ਦੇ ਨਾਲ ਨਹੀਂ ਬਖਸ਼ਿਸ਼ ਕਰਵਾ ਸਕਦਾ, ਰੱਬ ਤੇ ਆਪਣੇ ਆਪ ਕਿਰਪਾ ਕਰਦਾ, ਬਖਸ਼ਿਸ਼ਾਂ ਕਰਦਾ। ਸਤਿਗੁਰੂ ਜੀ ਕਹਿੰਦੇ ਰੱਬ ਦਾ ਪਿਆਲਾ ਅਤੇ ਜਿਹਨੂੰ ਚਾਹਵੇਗਾ ਉਹਨੂੰ ਮਿਲਦਾ, ਮਾਲਕ ਜਿਨ੍ਹਾਂ ਨੂੰ ਚਾਹੁੰਦਾ ਉਹਨਾਂ ਨੂੰ ਇਹ ਬਖਸ਼ਿਸ਼ਾਂ ਹੋ ਜਾਂਦੀਆਂ। ਪੌੜੀ ਬੇਕੀ ਸਿਸ਼ਟੋ ਪਾਈਅਨ, ਬੇਕੀ ਦਾ ਅਰਥ ਹੁੰਦਾ ਹੈ ਰੰਗ ਬਰੰਗੇ, ਬਹੁ ਪ੍ਰਕਾਰ ਦਾ ਸੰਸਾਰ। ਪਿਆਰਿਓ ਬੇਕੀ ਸਿਸ਼ਟੋ ਪਾਈਅਨ, ਮੇਰੇ ਮਾਲਕ ਨੇ ਇਸ ਦੁਨੀਆ ਦੇ ਅੰਦਰ ਪਤਾ ਨਹੀਂ ਕਿੰਨੇ ਪ੍ਰਕਾਰ ਦੇ ਜੀਵ ਜੰਤੂ ਪੈਦਾ ਕੀਤੇ ਹੈ, ਪਰ ਇੱਕ ਗੱਲ ਸੱਚ ਹੈ ਕਿ ਸਭ ਹੁਕਮ ਆਵੇ ਜਾਏ ਸਮਾਹੀ, ਉਸ ਮਾਲਕ ਦੇ ਹੁਕਮ ਦੇ ਵਿੱਚ ਪੈਦਾ ਹੁੰਦੇ ਹੈ, ਉਸ ਮਾਲਕ ਦੇ ਹੁਕਮ ਦੇ ਵਿੱਚ ਵਿਣਸ ਜਾਂਦੇ ਆ। ਆਪਾਂ ਜਪਜੀ ਸਾਹਿਬ ਦੇ ਅੰਦਰ ਪੜ੍ਹਦੇ ਹਾਂ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਸਤਿਗੁਰੂ ਕਹਿੰਦੇ ਆ ਵੀ ਉਸ ਹੁਕਮ ਦੇ ਵਿੱਚ ਪੈਦਾਇਸ਼ ਹੁੰਦੀ ਹੈ, ਉਸ ਹੁਕਮ ਦੇ ਵਿੱਚ ਹੀ ਵਿਨਾਸ਼ ਹੁੰਦਾ ਹੈ। ਭਾਵੇਂ ਕਿ ਲੱਖਾਂ ਜੀਵ ਨੇ, ਕਰੋੜਾਂ ਜੀਵ ਹੈ, ਬੇਕੀ ਸ੍ਰਿਸ਼ਟ ਹੈ, ਬੜੇ ਤਰ੍ਹਾਂ ਦੇ ਜੀਵ ਜੰਤੂ ਹੈ, ਪਰ ਉਸ ਮਾਲਕ ਦੇ ਹੁਕਮ ਦੇ ਵਿੱਚ ਨੇ। ਆਪੇ ਵੇਖ ਵਿਕਸਦਾ ਦੂਜਾ ਕੋ ਨਾਹੀ, ਭਾਈ ਸਾਡੇ ਕਰਮਾਂ ਨੂੰ ਵੇਖ ਕੇ ਪ੍ਰਮਾਤਮਾ ਖੁਸ਼ ਹੋ ਰਿਹਾ ਹੈ, ਪਰਮਾਤਮਾ ਸਾਨੂੰ ਵੇਖ ਰਿਹਾ ਹੈ। ਜਿਉਂ ਭਾਵੈ ਤਿਉਂ ਰੱਖ ਤੂੰ, ਗੁਰ ਸ਼ਬਦ ਬੁਝਾਈ। ਆਪਾਂ ਨੇ ਤੇ ਅਰਦਾਸ ਕਰਨੀ ਹੈ, ਮੇਰੇ ਦਾਤਾ ਮੈਂ ਤੇਰੇ ਦਰ 'ਤੇ ਆ ਗਿਆ ਹਾਂ, ਜਿਉਂ ਭਾਵੈ,
ਜਿਵੇਂ ਤੈਨੂੰ ਚੰਗਾ ਲੱਗਦਾ ਤਿਉਂ ਰੱਖ ਤੂੰ। ਹੇ ਮੇਰੇ ਮਾਲਕ ਉਵੇਂ ਮੈਨੂੰ ਰੱਖ ਲਈ। ਮੈਂ ਅਰਦਾਸ ਕਰਦਾ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ। ਮੇਰੇ ਮਾਲਕ ਜੀ ਤੁਹਾਡੇ ਦਰ 'ਤੇ ਆ ਗਏ ਹਾਂ, ਜਿਵੇਂ ਤੁਹਾਨੂੰ ਚੰਗਾ ਲੱਗਦਾ ਉਂਝ ਰੱਖ ਲਵੋ। ਗੁਰ ਸ਼ਬਦ ਬੁਝਾਈ, ਇਹ ਜਿਹੜੀ ਸੋਝੀ ਹੈ ਸਤਿਗੁਰੂ ਜੀ ਗੁਰੂ ਕੇ ਸ਼ਬਦ ਰਾਹੀਂ ਬਖਸ਼ਿਸ਼ ਕਰਦੇ ਹੈ। ਸਭਨਾ ਤੇਰਾ ਜੋਰ ਹੈ। ਇਹ ਮੇਰੇ ਦਾਤਾ, ਇਹ ਮੇਰੇ ਮਾਲਕ ਜੀ, ਅਸਲ ਵਿੱਚ ਸਾਰਿਆਂ ਦੇ ਉੱਤੇ ਤੁਹਾਡਾ ਹੀ ਜ਼ੋਰ ਚੱਲਦਾ ਹੈ। ਜਿਵੇਂ ਆਪਾਂ ਜਪਜੀ ਸਾਹਿਬ ਦੇ ਅੰਦਰ ਪੜ੍ਹਦੇ ਹਾਂ ਕਿ ਆਖਣ ਜੋਰ ਚੁਪੈ ਨਾ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਰਾਜ ਮਾਲ ਮਨਸੂਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਜਿਸ ਹੱਥ ਜੋਰ ਕਰ ਵੇਖੈ ਸੋਏ। ਮਾਲਕ ਦੇ ਹੱਥ ਵਿੱਚ ਜੋਰ ਹੈ, ਤਾਕਤ ਹੈ। ਜਿਉਂ ਭਾਵੈ ਤਿਵੇਂ ਚਲਾਹੀ। ਜਿਵੇਂ ਮਾਲਕ ਜੀ ਤੈਨੂੰ ਤੁਹਾਡਾ ਮਨ ਕਰਦਾ ਸਾਨੂੰ ਉਸੇ ਤਰ੍ਹਾਂ ਰੱਖ ਲਓ। ਤੁਧ ਜੀਵੜ ਮੈਂ ਨਾਹੀ ਕੋ, ਮੇਰੇ ਸਾਹਮਣੇ ਤੁਹਾਡੇ ਵਰਗਾ ਕੋਈ ਹੈ ਨਹੀਂ। ਤੁਹਾਡੇ ਵਰਗਾ ਕੋਈ ਦੁਨੀਆ 'ਤੇ ਕੋਈ ਵੀ ਦਿਖਾਈ ਨਹੀਂ ਦਿੰਦਾ। ਤੁਧ ਜੀਵੜ ਮੈਂ ਨਾਹੀ ਕੋ, ਕਿਸ ਕੋ ਆਖ ਸੁਣਾਈ। ਮੈਂ ਕਿਹਨੂੰ ਆਪਣੇ ਹਿਰਦੇ ਦੀ ਗੱਲ ਦੱਸਾਂ, ਕਿਹਨੂੰ ਆਪਣੇ ਮਨ ਦੇ ਭਾਵ ਦੱਸਾਂ। ਮੇਰੇ ਮਾਲਕ ਜੀ ਤੁਹਾਡੇ ਵਰਗਾ ਦੁਨੀਆ 'ਤੇ ਕੋਈ ਨਹੀਂ ਹੈ। ਸੋ ਆਓ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਪਿਆਰਿਓ ਆਓ ਆਪਣੇ ਆਪ ਨੂੰ ਸਤਿਗੁਰੂ ਜੀ ਦੇ ਦਰ 'ਤੇ ਆਪਣੇ ਆਪ ਨੂੰ ਸਮਰਪਿਤ ਕਰੀਏ। ਆਪਣੇ ਆਪ ਨੂੰ ਗਵਾ ਕੇ ਸਤਿਗੁਰੂ ਦੇ ਦਰ 'ਤੇ ਪ੍ਰਵਾਨ ਹੋਈਏ। ਸਤਿਗੁਰੂ ਜੀ ਨੇ ਅੱਜ ਦੇ ਸ਼ਬਦ ਅੰਦਰ ਜਿੱਥੇ ਗੁਰੂ ਦੇ ਦਰ 'ਤੇ ਆਉਣ ਦਾ ਤਰੀਕਾ ਦੱਸਿਆ ਹੈ, ਉੱਥੇ ਸਤਿਗੁਰੂ ਜੀ ਨੇ ਬੰਦਗੀ ਕਰਨ ਦਾ ਵੀ ਤਰੀਕਾ ਦੱਸਿਆ ਕਿ ਇੱਕ ਪਾਸੇ ਲੋਕ ਸਰੀਰ ਨੂੰ ਤਸੀਹੇ ਦੇ ਰਹੇ ਹੈ, ਤੜਫਾ ਰਹੇ ਹੈ ਸਰੀਰ ਨੂੰ। ਭਾਈ ਸਰੀਰ ਨੂੰ ਤੜਫਾਉਣ ਦੇ ਨਾਲ, ਸਰੀਰ ਨੂੰ ਭੁੱਖਾ ਰੱਖਣ ਦੇ ਨਾਲ, ਸਰੀਰ ਨੂੰ ਨੰਗਾ ਰੱਖਣ ਦੇ ਨਾਲ, ਪੈਰਾਂ ਨੂੰ ਨੰਗਾ ਰੱਖਣ ਦੇ ਨਾਲ, ਤਪ ਕਰਨ ਦੇ ਨਾਲ, ਧੂਈਆਂ ਤਪਣ ਦੇ ਨਾਲ ਜਾਂ ਜਲ ਧਾਰੇ ਕਰਨ ਦੇ ਨਾਲ ਇਹ ਰਸਤੇ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਹਾਂ, ਦਿੱਤੀ ਹੋਈ ਦੇਹੀ ਕਮਜ਼ੋਰ ਹੋ ਸਕਦੀ ਹੈ। ਸਤਿਗੁਰੂ ਜੀ ਨੇ ਤਾਂ ਸੰਸਾਰ ਵਿੱਚ ਰਹਿ ਕੇ ਹੀ ਨਿਰੰਕਾਰ ਦੀ ਪ੍ਰਾਪਤੀ ਪਿਆਰਿਓ ਦੱਸੀ ਹੈ। ਸਤਿਗੁਰੂ ਜੀ ਨੇ ਇੱਕੋ ਗੱਲ ਕਹੀ ਹੈ ਕਿ ਸੱਚੀ ਕਿਰਤ ਕਰ। ਸੱਚੀ ਕਿਰਤ ਦੇ ਵਿੱਚੋਂ ਦਸਵੰਧ ਕੱਢ ਕੇ ਲੋੜਵੰਦਾਂ ਦੀ ਮਦਦ ਕਰਿਆ ਕਰ। ਤੇ ਤੀਜੀ ਗੱਲ, ਅੰਮ੍ਰਿਤ ਵੇਲੇ ਨੂੰ ਸੰਭਾਲ ਕੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਉੱਠ ਕੇ ਰੱਬ ਦੀ ਇਬਾਦਤ ਕਰਿਆ ਕਰੋ, ਰੱਬ ਦੀ ਬੰਦਗੀ ਕਰਿਆ ਕਰੋ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। 1 ਮਿੰਟ ਵਾਸਤੇ ਆਪਾਂ ਸਿਮਰਨ ਕਰਾਂਗੇ। ਸੋ ਬੇਨਤੀ ਆਪ ਜੀ ਨੇ ਚੌਂਕੜੇ ਮਾਰ ਕੇ ਪਿਆਰ ਸਾਹਿਤ ਬੈਠ ਕੇ 1 ਮਿੰਟ, ਤੇ ਉਸ ਤੋਂ ਬਾਅਦ ਆਨੰਦ ਸਾਹਿਬ ਦੀਆਂ 6 ਪੌੜੀਆਂ 'ਤੇ ਸਮਾਪਤੀ ਹੋਵੇਗੀ। ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਜੁੜਨਾ ਹੈ। ਵਾਹਿਗੁਰੂ 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 ਵਾਹਿਗੁਰੂ। ਉੱਚੀ ਬੋਲੋ ਪਿਆਰੇ ਸਾਰੇ। ਵਾਹਿਗੁਰੂ 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 ਵਾਹਿਗੁਰੂ।